ਜਾ ਰਹੀਆਂ ਸੀ ਕੌਡੀਆਂ ਦੇ ਭਾਅ, ਤਾਂ ਅੱਜ ਇੱਕ ਮੰਗ ਨੂੰ ਉਸ ਮੰਗ ਨੂੰ ਪੂਰਾ ਕਰਵਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਰਚ ਜਿਹੜਾ ਹੈਗਾ ਮਿੱਥਿਆ ਗਿਆ ਸੀ। ਉਹ ਸ਼੍ਰੀ ਜਿਹੜਾ ਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਹੁੰਦਾ ਹੋਇਆ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਤੱਕ ਜਾਵੇਗਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਮਾਰਚ ਦੀ ਅਗਵਾਈ ਕਰਨਗੇ। ਤਾਂ ਸਮੁੱਚੀ ਲੀਡਰਸ਼ਿਪ, ਸੀਨੀਅਰ ਲੀਡਰਸ਼ਿਪ ਵੀ ਨਾਲ ਹੈ। ਅਕਾਲੀ ਦਲ ਦੇ ਜਿੰਨੇ ਵੀ ਕਾਡਰ ਨੇ, ਚਾਹੇ ਯੂਥ ਅਕਾਲੀ ਦਲ ਹੋਵੇ, ਚਾਹੇ SY ਹੋਵੇ, ਚਾਹੇ ਮਹਿਲਾ ਜਿਹੜਾ ਇਸਤਰੀ ਅਕਾਲੀ ਦਲ ਹੋਵੇ, ਤਮਾਮ ਜਿਹੜੇ ਹੈਗੇ ਅਕਾਲੀ ਦਲ ਦੇ ਜਿਹੜੇ ਹੈਗੇ ਨੇ ਵਰਗ, ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਵਰਕਰ ਉਹ ਪਹੁੰਚੇ ਹੋਏ ਨੇ। ਔਰ ਲਗਾਤਾਰ ਅਕਾਲੀ ਦਲ ਕਹਿ ਰਿਹਾ ਕਿ ਕਿਸਾਨਾਂ ਦੀ ਜ਼ਮੀਨ ਅਸੀਂ ਕੌਡੀਆਂ ਦੇ ਭਾਅ ਕਿਸੇ ਵੀ ਕੀਮਤ ਤੇ ਐਕਵਾਇਰ ਨਹੀਂ ਕਰਨ ਦੇਵਾਂਗੇ। ਅਸੀਂ ਲਗਾਤਾਰ ਸੰਘਰਸ਼ ਲੜਦੇ ਆਏ ਹਾਂ ਔਰ ਲੜਦੇ ਰਹਾਂਗੇ। ਔਰ ਬੀਤੇ ਦਿਨ ਵੀ ਰਾਜਪਾਲ ਪੰਜਾਬ ਨੂੰ ਬਨਵਾਰੀ ਲਾਲ ਪੁਰੋਹਿਤ ਨੂੰ ਇੱਕ ਮੈਮੋਰੰਡਮ ਦਿੱਤਾ ਗਿਆ ਸੀ। ਕਿਹਾ ਗਿਆ ਸੀ ਕਿ ਤੁਸੀਂ ਕੇਂਦਰ ਸਰਕਾਰ ਤੱਕ ਇਹ ਮੈਮੋਰੰਡਮ ਪਹੁੰਚਾਇਓ। ਪੰਜਾਬ ਦੇ ਕਿਸਾਨਾਂ ਦੀ ਲੁੱਟ ਹੋ ਰਹੀ ਹੈ, ਉਹ ਲੁੱਟ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਹੋਵੇਗੀ। ਅੱਜ ਰੋਡ ਸੰਘਰਸ਼ ਕਮੇਟੀ ਵੀ ਇਸ ਮਾਰਚ ਦੇ ਵਿੱਚ ਇੱਕ ਸਾਥ ਦਿੱਤਾ ਜਾ ਰਿਹਾ, ਉਹਨਾਂ ਵੱਲੋਂ ਹਮਾਇਤ ਦਿੱਤੀ ਜਾ ਰਹੀ ਹੈ ਤਾਂ ਜੋ ਦਬਾਅ ਬਣਾ ਕੇ ਜਿਹੜੇ ਪੰਜਾਬ ਸਰਕਾਰ ਜੋ ਜਿਹੜੇ ਬਹੁਤ ਘੱਟ ਮੁਆਵਜ਼ਾ ਦੇ ਰਹੀ ਹੈ ਔਰ ਕਿਸਾਨ ਮੰਗ ਰਹੇ ਨੇ ਸਾਨੂੰ ਉਜਾੜਾ ਭੱਤਾ ਵੀ, ਉਜਾੜਾ ਮੁਆਵਜ਼ਾ ਵੀ ਦਿੱਤਾ ਜਾਵੇ। ਕੰਪਨਸੇਸ਼ਨ ਜਿਹੜੀ ਹੈਗੀ ਜੋ ਘਟਾਈ ਗਈ ਹੈ ਉਸ ਕੰਪਨਸੇਸ਼ਨ ਨੂੰ ਵਧਾਇਆ ਜਾਵੇ, ਕਿਉਂਕਿ 25,000 ਏਕੜ ਤੋਂ ਵੱਧ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਔਰ ਤਕਰੀਬਨ 2.5 ਲੱਖ ਕਿਸਾਨ ਇਸ ਦੇ ਨਾਲ ਪ੍ਰਭਾਵਿਤ ਹੋਣਗੇ। ਔਰ ਵੱਡੀ ਗੱਲ ਇਹ ਹੈ ਕਿ ਜਿਹੜੇ ਕਿਸਾਨ ਪ੍ਰਭਾਵਿਤ ਹੋ ਰਹੇ ਨੇ ਉਹ ਕਹਿ ਰਹੇ ਨੇ ਕਿ ਸਾਡੇ ਕੋਲ ਅਗਲੀ ਜ਼ਿੰਦਗੀ ਜਿਉਣ ਦੇ ਲਈ ਸਾਧਨ ਕੀ ਬਚੇ ਨੇ, ਕਿਉਂਕਿ ਬਹੁਤ ਸਾਰੇ ਕਿਸਾਨ ਹੈ ਜਿਹਨੇ ਜਿਨ੍ਹਾਂ ਦੀ ਜ਼ਮੀਨ ਦੇ 2-2 ਹਿੱਸੇ ਹੋ ਜਾਣਗੇ। ਅੱਧੀ ਜ਼ਮੀਨ ਦੂਸਰੇ ਪਾਸੇ ਹੋ ਜਾਵੇਗੀ, ਅੱਧੀ ਦੂਸਰੇ ਪਾਸੇ ਹੋ ਜਾਵੇਗੀ। ਤਾਂ ਅਕਾਲੀ ਦਲ ਦੇ ਵਰਕਰ ਅੱਜ ਉਹ ਗੱਲ ਨੂੰ ਲੈ ਕੇ ਜਿਹੜੀ ਕੀ ਆ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਜਾ ਰਹੇ ਨੇ, ਆਪਣਾ ਰੋਸ ਜਤਾ ਰਹੇ ਨੇ। ਕਾਲੇ ਝੰਡੇ ਤੁਹਾਨੂੰ ਨਜ਼ਰ ਆਉਣਗੇ ਵਰਕਰਾਂ ਦੇ ਹੱਥਾਂ ਦੇ ਵਿੱਚ। ਇੱਕ ਰੋਸ ਵੀ ਹੈ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਦੇ ਪ੍ਰਤੀ, ਜੋ ਬੇਧਿਆਨੀ ਪਿਛਲੇ 3 ਸਾਲ ਤੋਂ ਚੱਲ ਰਹੀ ਆ, ਉਹ ਬੇਰੁਖੀ ਕਿਸਾਨਾਂ ਦੇ ਨਾਲ ਵਰਤੀ ਜਾ ਰਹੀ ਹੈ। ਉਹ ਬੇਰੁਖੀ ਨੂੰ ਤੋੜਿਆ ਜਾਵੇ, ਕਿਉਂਕਿ ਹੁਣ ਮੁੱਖ ਮੰਤਰੀ ਬਦਲੇ ਨੇ, ਅਹੁਦੇ ਬਦਲੇ ਨੇ, ਕੁਰਸੀ ਤੇ ਬੈਠਣ ਵਾਲਾ ਸ਼ਖਸ ਬਦਲ ਗਿਆ ਔਰ ਲਗਾਤਾਰ ਹੁਣ ਦੇ ਬਣੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਕਿਸੇ ਵਰਗ ਨੂੰ ਨਾਰਾਜ਼ ਨਹੀਂ ਕੀਤਾ ਜਾਵੇਗਾ। ਕਿਸਾਨਾਂ ਦੀ ਉਹ ਪ੍ਰਾਇਓਰਟੀ ਮੰਨਦੇ ਨੇ, ਕਿਸਾਨ ਪਹਿਲ ਦੇ ਆਧਾਰ ਤੇ ਮਸਲੇ ਹੱਲ ਹੋਣਗੇ। ਔਰ ਪਹਿਲੀ ਕੈਬਨਿਟ ਮੀਟਿੰਗ ਵੀ ਜਿਹੜੀ ਹੈਗੀ ਆ ਇਸੇ ਤੇ ਫੋਕਸ ਕੀਤੀ ਗਈ ਸੀ। ਤਾਂ ਅੱਜ ਇਹ ਗੱਲ ਵੇਖਣੀ ਹੋਵੇਗੀ ਕਿ ਇਸ ਦਬਾਅ ਤੋਂ ਬਾਅਦ ਜਦੋਂ ਕਿਸਾਨਾਂ ਦੀਆਂ ਮੰਗਾਂ ਸ਼੍ਰੋਮਣੀ ਅਕਾਲੀ ਦਲ ਮੁੱਖ ਮੰਤਰੀ ਦੇ ਸਾਹਮਣੇ ਰੱਖੇਗਾ ਕਿ ਸਰਕਾਰ ਇਸ ਤੇ ਕੋਈ ਐਕਸ਼ਨ ਲਵੇਗੀ, ਕਿ ਜਿਹੜੀ ਹੈਗੀ ਹੈ ਸਰਕਾਰ ਢੁਕਵੇਂ ਮੁਆਵਜ਼ੇ ਵੱਲ ਵਧੇਗੀ, ਢੁਕਵਾਂ ਮੁਆਵਜ਼ਾ ਜਾਰੀ ਕਰੇਗਾ। ਕਿਉਂਕਿ ਲਗਾਤਾਰ ਕਿਸਾਨ ਕਹਿ ਰਹੇ ਨੇ ਕਿ ਅਸੀਂ 2018 ਤੋਂ ਸੰਘਰਸ਼ ਵਿੱਢਿਆ ਹੋਇਆ, ਇਹ ਸੰਘਰਸ਼ ਰਾਹ ਪਏ ਹੋਏ ਨੇ ਕਿਸਾਨ। ਤਾਂ ਅੱਜ ਅਕਾਲੀ ਦਲ ਉਸੇ ਸੰਘਰਸ਼ ਦੇ ਰਾਹ ਪਏ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਦੇ ਲਈ ਜਿਹੜੇ ਹੈਗੇ ਆ ਮੋਹਾਲੀ ਚੰਡੀਗੜ੍ਹ ਦੀਆਂ ਸੜਕਾਂ ਤੇ ਉਤਰਿਆ ਹੋਇਆ ਹੈ ਔਰ ਮੰਗ ਕੀਤੀ ਜਾਵੇਗੀ ਕਿ ਉਹਨਾਂ ਕਿਸਾਨਾਂ ਦੇ ਨਾਲ ਬੇਇਨਸਾਫੀ ਨਾ ਕੀਤੀ ਜਾਵੇ, ਇਨਸਾਫ ਦਿੱਤਾ ਜਾਵੇ। ਜਿਹੜੇ ਕਿਸਾਨ 2018 ਤੋਂ ਜਿਨ੍ਹਾਂ ਦੇ ਉੱਪਰ ਤਲਵਾਰ ਲਟਕ ਰਹੀ ਹੈ, ਉਹਨਾਂ ਦੀਆਂ ਜ਼ਮੀਨਾਂ ਖੋਹੇ ਜਾਣ ਨੂੰ ਲੈ ਕੇ, ਤਾਂ ਉਸ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਮਾਰਚ ਕਰ ਲਿਆ। ਜੇਕਰ ਮੋਟੇ-ਮੋਟੇ ਤੌਰ ਤੇ ਭਾਰਤਮਾਲਾ ਪ੍ਰੋਜੈਕਟ ਨੂੰ ਦੱਸੀਏ ਤਾਂ ਇਹ ਭਾਰਤਮਾਲਾ ਪ੍ਰੋਜੈਕਟ ਹੈ ਕੀ ਆ, ਤਾਂ ਇਹ ਭਾਰਤਮਾਲਾ ਪ੍ਰੋਜੈਕਟ ਦੇ ਅਧੀਨ ਪੰਜਾਬ ਦੇ ਤਕਰੀਬਨ 19 ਜ਼ਿਲ੍ਹਿਆਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ। ਇਹ ਰੋਡ ਜਿਹੜੇ ਹੈਗੇ ਨੇ ਵੱਖ-ਵੱਖ ਸ਼ਹਿਰਾਂ ਨੂੰ ਕਨੈਕਟ ਕਰਦੇ ਹੋਏ ਰਾਜਧਾਨੀ ਔਰ ਖਾਸ ਤੌਰ ਤੇ ਸਨਅਤੀ ਸ਼ਹਿਰ ਲੁਧਿਆਣਾ ਔਰ ਅੰਮ੍ਰਿਤਸਰ ਸਾਹਿਬ ਜਿਹੜਾ ਹੈਗਾ ਉੱਥੋਂ ਜਾਵੇਗਾ, ਜਲੰਧਰ ਜਾਵੇਗਾ, ਪਟਿਆਲਾ ਵਿੱਚ ਜਾਵੇਗਾ, ਮੋਹਾਲੀ ਹੁੰਦਾ ਹੋਇਆ ਚੰਡੀਗੜ੍ਹ ਜਾਵੇਗਾ, ਰੂਪਨਗਰ ਨਿਕਲੇਗਾ, ਆਨੰਦਪੁਰ ਸਾਹਿਬ ਜਾਵੇਗਾ। ਤਾਂ ਤਕਰੀਬਨ ਸਾਰੇ ਸ਼ਹਿਰ ਜੋੜੇ ਜਾਣਗੇ। ਔਰ ਜੋ ਮਾਲਵੇ ਦੀ ਗੱਲ ਕਰਕੇ ਤਾਂ ਮਾਲਵਾ ਜਿਹੜਾ ਬਠਿੰਡਾ ਤੋਂ ਲੈ ਕੇ ਅਬੋਹਰ ਤੱਕ ਹੋਵੇਗਾ, ਅਬੋਹਰ ਤੋਂ ਲੈ ਕੇ ਫਾਜ਼ਿਲਕਾ ਤੱਕ ਹੋਵੇਗਾ, ਫਾਜ਼ਿਲਕਾ ਤੋਂ ਲੈ ਕੇ ਫਿਰੋਜ਼ਪੁਰ ਹੁੰਦਾ ਹੋਇਆ ਇਹ ਲੁਧਿਆਣਾ ਜਾਵੇਗਾ। ਤਾਂ ਸਾਰੀ ਕਨੈਕਟੀਵਿਟੀ ਇਸ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਆਵੇਗੀ। ਔਰ ਗ੍ਰੀਨ ਫੀਲਡ ਜ਼ੋਨ ਦੀ ਗੱਲ ਕਰਕੇ ਤਾਂ ਗ੍ਰੀਨ ਫੀਲਡ ਜ਼ੋਨ ਔਰ ਬਰਾਊਨ ਫੀਲਡ ਜ਼ੋਨ ਦੋ ਹੁੰਦੇ ਨੇ। ਗ੍ਰੀਨ ਫੀਲਡ ਜ਼ੋਨ ਦੇ ਵਿੱਚ ਤਕਰੀਬਨ 70 ਤੋਂ ਲੈ ਕੇ 74 ਜਿਹੜਾ ਹੈਗਾ ਫੀਸਦ ਰਕਬਾ ਮੰਨਿਆ ਜਾ ਰਿਹਾ। ਗ੍ਰੀਨ ਫੀਲਡ ਜ਼ੋਨ ਦਾ ਮਤਲਬ ਸਿੱਧੇ ਤੌਰ ਤੇ ਨਵੇਂ ਰਾਹ ਜਿਹੜਾ ਨਵਾਂ ਹਾਈਵੇ ਉਸਾਰਿਆ ਜਾਵੇਗਾ ਔਰ ਬਰਾਊਨ ਫੀਲਡ ਦੇ ਹੈਗਾ ਕਿ ਰੋਡ ਖੁੱਲ੍ਹੇ ਕੀਤੇ ਜਾਣਗੇ ਜੋ ਆਲਰੇਡੀ ਰੋਡ ਹੈਗੇ ਨੇ। ਤਾਂ ਵੱਡਾ ਹਿੱਸਾ ਗ੍ਰੀਨ ਫੀਲਡ ਜ਼ੋਨ ਦਾ ਹੈਗਾ ਜਿਹਦੇ ਤਹਿਤ ਕਿਸਾਨਾਂ ਦੀ ਜ਼ਮੀਨ ਵੱਡੇ ਪੱਧਰ ਤੇ ਐਕਵਾਇਰ ਕੀਤੀ ਜਾਵੇਗੀ। ਉਸ ਨੂੰ ਲੈ ਕੇ ਕਿਸਾਨ ਸੰਘਰਸ਼ ਦੇ ਰਾਹ ਪਏ ਨੇ। ਤਕਰੀਬਨ 2.5 ਲੱਖ ਏਕੜ ਜਿਹੜੀ ਹੈਗੇ 2.5 ਲੱਖ ਕਿਸਾਨ ਜਿਹੜੇ ਹੈਗੇ ਨੇ 25,000 ਏਕੜ ਜ਼ਮੀਨ ਜਿਹੜੀ ਹੈਗੀ ਉਹਨਾਂ ਦੀ ਖੁੱਸਣ ਵਾਲੀ ਹੈ। ਇਸ ਨੂੰ ਲੈ ਕੇ ਲਗਾਤਾਰ ਕਿਸਾਨ ਵੀ ਮੰਗ ਕਰ ਰਹੇ ਨੇ।
18 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਕਮੇਟੀ ਗਠਨ ਕੀਤੀ ਗਈ ਸੀ, ਜਿਸ ਕਮੇਟੀ ਦੀ ਅਗਵਾਈ ਜਿਹੜੇ ਹੈਗੇ ਨੇ ਵਿਜੇ ਇੰਦਰ ਸਿੰਗਲਾ ਕਰ ਰਹੇ ਸੀ ਔਰ ਉਹਨਾਂ ਦੇ ਨਾਲ ਵਿਸ਼ਵਜੀਤ ਖੰਨਾ ਸੀ। ਔਰ ਹੁਣ ਜਿਹੜੇ ਮੈਡਮ ਰਵਨੀਤ ਕੌਰ ਉਸ ਕਮੇਟੀ ਦੇ ਵਿੱਚ ਸ਼ਾਮਲ ਨੇ ਔਰ ਤਕਰੀਬਨ 5 ਮੀਟਿੰਗਾਂ ਉਸ ਕਮੇਟੀ ਦੀਆਂ ਸਰਕਾਰ ਦੇ ਨਾਲ ਹੋ ਚੁੱਕੀਆਂ। ਡਿਪਟੀ ਕਮਿਸ਼ਨਰ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਨਾਲ ਮੀਟਿੰਗਾਂ ਇਸ ਸੰਘਰਸ਼ ਕਮੇਟੀ ਦੀਆਂ ਹੁੰਦੀਆਂ ਰਹੀਆਂ ਨੇ, ਪਰ ਕੋਈ ਨਤੀਜਾ ਨਹੀਂ ਨਿਕਲਿਆ। ਡਿਪਟੀ ਕਮਿਸ਼ਨਰ ਮੈਮੋਰੰਡਮ ਜਿਹੜੇ ਹੈਗੇ ਨੇ ਸਰਕਾਰ ਤੱਕ ਜ਼ਰੂਰ ਭੇਜ ਦਿੰਦੇ ਨੇ, ਪਰ ਸਰਕਾਰ ਵੱਲੋਂ ਹਾਲੇ ਤੱਕ ਕੋਈ ਵੀ ਢੁਕਵਾਂ ਜਵਾਬ ਜਿਹੜਾ ਉਹ ਨਹੀਂ ਦਿੱਤਾ ਗਿਆ। ਬੀਤੇ ਦਿਨ ਵੀ ਜਦੋਂ ਕੈਬਨਿਟ ਮੀਟਿੰਗ ਹੋਈ ਸੀ ਉਸ ਸਮੇਂ ਵੀ ਇਸ ਮੁੱਦੇ ਤੇ ਜ਼ਿਕਰ ਤਾਂ ਜ਼ਰੂਰ ਹੋਇਆ, ਇਸ ਜਿਹੜਾ ਹੈਗਾ ਇਸ਼ੂ ਹੈਗਾ ਉਸ ਨੂੰ ਲੈ ਕੇ ਮੰਥਨ ਤਾਂ ਜ਼ਰੂਰ ਹੈ, ਪਰ ਕਿਸੇ ਤਰੀਕੇ ਦੇ ਨਾਲ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਕਿਸਾਨ ਕਹਿ ਰਹੇ ਨੇ ਕਿ ਸਾਨੂੰ ਉਜਾੜਾ ਭੱਤਾ ਦਿੱਤਾ ਜਾਵੇ, ਜੋ ਸਾਡੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਆ ਉਸ ਨੂੰ ਬਾਜ਼ਾਰੀ ਭਾਅ ਤੇ ਖਰੀਦਿਆ ਜਾਵੇ ਔਰ ਨਾਲ ਦੇ ਸਾਨੂੰ ਸਰਵਿਸ ਰੋਡ ਦਿੱਤਾ ਜਾਵੇ ਔਰ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ 2 ਹਿੱਸਿਆਂ ਦੇ ਵਿੱਚ ਵੰਡੀਆਂ ਜਾਣੀਆਂ ਉਹਨਾਂ ਨੂੰ 12% ਐਕਸਟਰਾ ਜਿਹੜਾ ਕੰਪਨਸੇਸ਼ਨ ਉਹਨਾਂ ਨੂੰ ਦਿੱਤੀ ਜਾਵੇ। ਤਾਂ ਇਹ ਮੁੱਖ ਮੰਗਾਂ ਨੇ ਔਰ ਇਹ ਮੁੱਖ ਇਸ਼ੂ ਹੈਗਾ ਜਿਸ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੋਈ ਆ ਔਰ ਸੀਐਮ ਦੀ ਰਿਹਾਇਸ਼ ਤੱਕ ਪਹੁੰਚ ਰਹੇ ਨੇ ਔਰ ਕਹਿ ਰਹੇ ਨੇ ਕਿ ਅੱਜ ਜ਼ਰੂਰ ਸੀਐਮ ਤੱਕ ਇਹ ਗੱਲ ਪਹੁੰਚਾਈ ਜਾਵੇਗੀ। ਕਿਸਾਨ ਕਿਸ ਤਰੀਕੇ ਦੇ ਨਾਲ ਨਾਰਾਜ਼ ਨੇ, ਨੀਤੀਆਂ ਤੋਂ ਨਾਰਾਜ਼ ਨੇ ਔਰ ਇਸ ਨੀਤੀ ਦੇ ਵਿੱਚ ਬਦਲਾਅ ਆਉਣਾ ਚਾਹੀਦਾ, ਨਵੀਂ ਨੀਤੀ ਲਿਆਉਣੀ ਚਾਹੀਦੀ ਤਾਂ ਜੋ ਜਿਹੜੇ ਕਿਸਾਨ ਨੇ ਉਹਨਾਂ ਦਾ ਉਜਾੜਾ ਨਾ ਹੋਵੇ। ਤਾਂ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ, ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਉਹ ਪਹੁੰਚੇ ਹੋਏ ਨੇ ਔਰ ਟਰੈਕਟਰ ਦੇ ਜ਼ਰੀਏ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲ ਬੈਠ ਕੇ ਉਹ ਅੱਗੇ ਜਾ ਰਹੇ ਨੇ ਔਰ ਇੱਕ ਅਗਵਾਈ ਜਿਹੜੀ ਹੈਗੀ ਹੈ ਇਸ ਮਾਰਚ ਦੀ ਉਹ ਕਰਦੇ ਹੋਏ ਦਿਖਾਈ ਦੇ ਰਹੇ ਨੇ। जी जी हाँ जी बोलो। ओके ठीक है, ओके ओके ओके। भाई जी ओके ओके हाँ जी ओके ठीक है ओके। ਤਾਂ ਇਹ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਕਿ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ
ਜਿਨ੍ਹਾਂ ਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ। ਸਮੁੱਚੀ ਲੀਡਰਸ਼ਿਪ ਨਾਲ ਹੈ। ਡਾਕਟਰ ਦਲਜੀਤ ਚੀਮਾ ਤੁਹਾਨੂੰ ਨਜ਼ਰ ਆਉਣਗੇ ਤਸਵੀਰਾਂ ਦੇ ਵਿੱਚ, ਵਿਕਰਮ ਮਜੀਠੀਆ ਨਜ਼ਰ ਆਉਣਗੇ ਤਸਵੀਰਾਂ ਦੇ ਵਿੱਚ, ਪ੍ਰੇਮ ਸਿੰਘ ਚੰਦੂਮਾਜਰਾ ਵੀ ਤੁਹਾਨੂੰ ਨਜ਼ਰ ਆਉਣਗੇ। तमाम ਲੀਡਰਸ਼ਿਪ ਜਿਹੜੀ ਹੈਗੀ ਆ ਅੱਜ ਹਾਜ਼ਰ ਹੈ ਔਰ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਜੋ ਆਵਾਜ਼ ਸਰਕਾਰ ਪਿਛਲੇ 3 ਸਾਲ ਤੋਂ ਨਹੀਂ ਸੁਣ ਰਹੀ, ਚਾਹੇ ਉਹ ਕੇਂਦਰ ਸਰਕਾਰ ਹੋਵੇ ਚਾਹੇ ਉਹ ਪੰਜਾਬ ਸਰਕਾਰ ਹੋਵੇ, ਅੱਖਾਂ ਮਿੱਟੀ ਹੋਈ ਹੈ ਔਰ ਚੁੱਪ ਕਰਕੇ ਜਿਹੜੀ ਹੈਗੀ ਆ ਬੈਠੀ ਹੋਈ ਆ। ਅੱਜ ਉਹਨਾਂ ਸਰਕਾਰ ਨੂੰ, ਗੂੰਗੀ ਬਹਿਰੀ ਸਰਕਾਰ ਨੂੰ ਜਗਾਉਣ ਦੇ ਲਈ, ਕੁੰਭ ਕਰਨੀ ਦੀ ਨੀਂਦ ਵਿੱਚ ਜੋ ਸਰਕਾਰ ਸੁੱਤੀ ਹੋਈ ਆ ਉਸ ਨੂੰ ਜਗਾਉਣ ਦੇ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ट्रैक्टर मार्च उलीकिया गया है और यह ट्रैक्टर मार्च गुरुद्वारा श्री अंब साहब तो शुरू होंदा होया ये मार्च सीएम की रहायश तक जाएगा और एक मंग पत्र सौंपया जाएगा, घिराव किया जाएगा कि वो किसान जिन्होंने किसानों की जमीन एक्वायर कर रहे हो, तकरीबन 25,000 एकड़ का रकबा और 2.5 लाख किसान इस पीड़ तो होंगे। इस एक्वायर जी लैंड एक्वायर हैगी आ तो उसनों ढोकवा मुआवजा दिता जाए। जो मुआवजा सरकार दे रही है, जिस भाव से सरकार खरीद रही है, DC रेट, कलैक्टर रेट, वो बेहद बहुत घट ने। और अकाली दल के समय जो अकाली दल की सरकार थी तो उस समय 2-2.5 करोड़ रुपया जोड़ा प्रति एकड़ दिता जाता रहा थी, पर हुण वो मुआवजा घट के 10 ਤੋਂ 15 ਲੱਖ ਤੇ आ गया। और निराश तो यह है किसानों के कहते हैं कि साडी जी मना नहीं करते कि सरकारी प्रोजेक्टों के लिए, किसी साझे प्रोजेक्टों के लिए जमीन एक्वायर हो मना नहीं करेंगे, पर उन्होंने लिए ढुकवा मुआवजा जरूर दिता जाए क्योंकि किसान पंजाब की जी बिल्ट हैगी, खास तौर पर मालवा बिल्ट की गल करके तो बहुत छोटे किसान ने जोड़े अगर घट जमीनों के मालक ने और वो कह रहे हैं कि उन्होंने उजाड़ा हो जाएगा। एक माँ पुत का जो रिश्ता है किसान और उसकी जमीन का वो टुट जाएगा, एक लगा जोड़ा है हुंदा वो जोड़ा खत्म हो जाएगा। असीं उजाड़े ते राह पै जावांगे, साडी जिंदगी जिहड़ी है हनेरे वाल धक्की जाएगी। और इस दे चलदियां वो मंग लगातार कर रहे हैं रोड संघर्ष कमेटी के जरिए कि सानूं उचित मुआवजा दिता जाए, उचित मुआवजा साडे लई दिओ तां जो असीं होर किते जीवन निर्वाह कर सकीए, किते होर जमीन खरीद सकीए और असीं बच्चों का आउण वाली साडी जिहड़ी भविख हैगा बच्चे उन्हां दा पालन पोषण कर सकीए। तां लगातार मीटिंगां हुंदियां रहियां ने सरकार दे नाल, वख-वख डिप्टी कमिश्नरां दे नाल और एक लगातार कोशिश श्रोमणी अकाली दल ਨੂੰ बीते समय तो की जा रही थी। पिछले साल तो लैके हुण पिछले कई दिनों तो लगातार श्रोमणी अकाली दल आवाज़ उठा रहा सी और राजपाल बनवारी लाल पुरोहित ਨੂੰ भी ਜਿਹੜਾ कि मैमोरेंडम दिता गया सी इन्हां किसानों के बारे सोचने के लिए और केंद्र सरकार तक उस मैमोरेंडम ਨੂੰ पहुँचाया गया सी। राजपाल के जरिए एक कोशिश की गई थी उन्हां किसानों की गल सरकार तक पहुँचाउण दी ਜਿਹੜੇ किसान ਜਿਹੜੇ इस जमीन तो प्रभावित ने और ਜਿਹੜੇ लगातार कह रहे हैं कि साडी जमीन एक्वायर बेशक की जाए पर सानूं ढुकवां मुआवजा दिता जाए। सरकार बेध्यानी और बेरुखी दे विच हैगी आ। इस नूं लैके अज श्रोमणी अकाली दल वड्डा मार्च उलीकिया गया है। तां दूजे पासे पुलिस वल्लों बैरीकेड ला के रास्ता रोकण की कोशिश की गई है। देख सकते हो बैरीकेड लगा दिते गए हैं। इत्थे पानी दियां बछारां वालियां गड्डियां वाटर कैनां नाल गड्डियां वो भी खड़ा दित्तियां ने और आवाज़ कुचलण की एक कोशिश पुलिस बल के जरिए हुई है। पर लगातार श्रोमणी अकाली दल की लीडरशिप कह रही है कि असीं कोई हिंसा नहीं करांगे, साडा मार्च बड़ा पीसफुली रहेगा। सुखबीर सिंह बादल वो पहुंच चुके हैं, देख सकते हो तस्वीरों के सुखबीर सिंह बादल भी अगवाई करते हुए इस मार्च की इत्थे पुज चुके क्योंकि मुद्दा जिहड़ा हैगा बहुत वड्डा हैगा, किसानां दी जिंदगी दे नाल जुड़िया होया मुद्दा हैगा। और पिछे देख सकते हो तमाम लीडरशिप तुहानूं नज़र आएगी और गुरजिंदर सिंह मक्खन बराड़ वो भी नज़र आउणगे, हरिंदरपाल चंदूमाजरा नज़र आउणगे, इनके शर्मा नज़र आउणगे। वर्कर देख सकते हो कितनी वड्डी गिनती दे विच इत्थे ने और जो लगातार कह रहे हैं कि असीं भी किसानां दे पुत्त हां, असीं भी उसे किसानां उसे खेत तो रोटी खाने जिस जमीन जिहड़ी हैगी एक्वायर जिहड़ी हैगी वो कीती जा रही है। तो अज श्रोमणी अकाली दल वड्डी गिनती दे विच अपने वर्करां दे नाल
ਉਹ ਅੱਗੇ ਵਧਦਾ ਹੋਇਆ ਕਿਸਾਨਾਂ ਦੀ ਆਵਾਜ਼ ਜਿਹੜੀ ਹੈਗੀ ਆ ਗੂੰਗੀ ਬਹਿਰੀ ਸਰਕਾਰ ਤੱਕ ਨਹੀਂ ਪਹੁੰਚ ਰਹੀ ਸੀ, ਉਸ ਆਵਾਜ਼ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਦੇ ਤੱਕ ਕਿ ਸਰਕਾਰ ਤੱਕ ਇਹ ਆਵਾਜ਼ ਪਹੁੰਚੇ ਔਰ ਢੁਕਵਾਂ ਮੁਆਵਜ਼ਾ ਜਿਹੜਾ ਹੈਗਾ ਕਿਸਾਨਾਂ ਨੂੰ ਮਿਲ ਸਕੇ। ਹੁਣ ਇੱਥੋਂ ਜਿਹੜੇ ਹੈਗੇ ਆ ਸੀਨੀਅਰ ਲੀਡਰਸ਼ਿਪ ਜਿਹੜੀ ਹੈਗੀ ਆ ਮੁਖਾਤਿਬ ਹੋਵੇਗੀ ਆਪਣੇ ਵਰਕਰਾਂ ਦੇ ਨਾਲ ਔਰ ਦੱਸੇਗੀ ਕਿ ਕਿਉਂ ਲੜਾਈ ਲੜੀ ਜਾ ਰਹੀ ਹੈ, ਜਿਸ ਦਾ ਵਿਸਥਾਰ ਇਸ ਤੋਂ ਪਹਿਲਾਂ ਹਰਚਰਨ ਬੈਂਸ ਹੋਰਾਂ ਨੇ ਪੀਟੀਸੀ ਨਿਊਜ਼ ਦੇ ਜ਼ਰੀਏ ਸਾਂਝਾ ਕੀਤਾ ਸੀ ਕਿ ਲੜਾਈ ਦਾ ਮਕਸਦ ਕੀ ਆ। ਜੇਕਰ ਇਹ ਲੜਾਈ ਅਸੀਂ ਛੱਡ ਦਈਏ ਤਾਂ ਕਿੰਨਾ ਵੱਡਾ ਪੰਜਾਬ ਦਾ ਨੁਕਸਾਨ ਹੋਊਗਾ। ਤਕਰੀਬਨ 25,000 ਕਰੋੜ ਜਿਹੜਾ ਹੈਗਾ ਸਰਕਾਰ ਕਿਸਾਨਾਂ ਦਾ ਪੈਸਾ ਨਹੀਂ ਦੇ ਰਹੀ, ਇਸ ਜਿਹੜੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਤਾਂ ਇੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਉਹ ਜਿਹੜਾ ਪੈਸਾ ਹੈਗਾ ਉਸ ਨੂੰ ਇੱਕ ਠੱਗਣ ਦੀ ਚੋਰ ਦਰਵਾਜ਼ੇ ਦੇ ਰਾਹੀਂ ਕੋਸ਼ਿਸ਼ ਹੋ ਰਹੀ ਹੈ। ਪਰ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਚੋਰ ਦਰਵਾਜ਼ੇ ਨੂੰ ਅੱਜ ਜਨਤਕ ਕਰ ਦਿੱਤਾ ਹੈ ਔਰ ਸਾਫ਼ ਕਰ ਦਿੱਤਾ ਹੈ ਕਿ ਜਿੰਨਾ ਸਮਾਂ ਗੱਲ ਨਹੀਂ ਸੁਣੀ ਜਾਵੇਗੀ ਕਿਸਾਨਾਂ ਦੀ, ਉਹਨਾਂ ਸਮਾਂ ਉਹ ਸੰਘਰਸ਼ ਕਰਦੇ ਰਹਿਣਗੇ ਔਰ ਸੰਘਰਸ਼ ਦੇ ਰਾਹ ਪਏ ਕਿਸਾਨ। ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਹੈਗੇ ਨੇ ਤੁਹਾਨੂੰ ਇਸ ਤਸਵੀਰਾਂ ਦੇ ਵਿੱਚ ਨਜ਼ਰ ਆਉਣਗੇ ਔਰ ਆਵਾਜ਼ ਉਠਾਈ ਜਾ ਰਹੀ ਹੈ ਕਿਸਾਨਾਂ ਦੇ ਲਈ, ਕਿਉਂਕਿ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਆ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮਤਲਬ ਕਿਸਾਨਾਂ ਦੀ ਪਾਰਟੀ। ਕਿਸਾਨ ਪਹਿਲਾਂ ਨਾਅਰਾ ਦਿੱਤਾ ਗਿਆ ਸੀ, ਸਭ ਤੋਂ ਪਹਿਲਾਂ ਕਿਸਾਨਾਂ ਦੀ ਗੱਲ ਹੋਵੇਗੀ, ਇੱਕੋ ਨਾਅਰਾ ਕਿਸਾਨ ਪਿਆਰਾ। ਤਾਂ ਉਸੇ ਨਾਅਰੇ ਦੇ ਤਹਿਤ ਜਿਹੜੀ ਹੈਗੀ ਆ ਆਵਾਜ਼ ਇੱਕ ਵਾਰ ਫੇਰ ਬੁਲੰਦ ਕੀਤੀ ਜਾ ਰਹੀ ਹੈ, ਚਾਹੇ ਉਹ 3 ਖੇਤੀ ਕਾਨੂੰਨਾਂ ਦੀ ਗੱਲ ਹੋਵੇ, ਚਾਹੇ MSP ਦੀ ਗੱਲ ਹੋਵੇ, ਚਾਹੇ ਕੇਂਦਰ ਸਰਕਾਰ ਦੀ ਬੇਰੁਖੀ ਦੀ ਗੱਲ ਹੋਵੇ, ਜੋ ਕੇਂਦਰ ਸਰਕਾਰ ਵੱਲੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਬੈਠੇ ਕਿਸਾਨ ਜੋ ਸੰਘਰਸ਼ ਕਰ ਰਹੇ ਨੇ, ਜੋ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਤਾਂ ਅੱਜ ਰੋਡ ਸੰਘਰਸ਼ ਕਮੇਟੀ ਜਿਹੜੇ 19 ਜ਼ਿਲ੍ਹਿਆਂ ਤੇ ਕਿਸਾਨ ਸ਼ਾਮਲ ਨੇ ਉਸ ਕਮੇਟੀ ਦੇ ਵਿੱਚ, ਤਾਂ ਉਹ ਕਮੇਟੀ ਜਿਹੜੀ ਹੈਗੀ ਆ ਅੱਜ ਸਮਰਥਨ ਦੇ ਵਿੱਚ ਉਤਰੀ ਹੈ ਸ਼੍ਰੋਮਣੀ ਅਕਾਲੀ ਦਲ ਦੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਅੱਜ ਮਾਰਚ ਕੀਤਾ ਜਾਣਾ ਸੀ, ਉਸ ਮਾਰਚ ਦਾ ਸਮਰਥਨ ਜਿਹੜਾ ਹੈਗਾ ਉਹ ਕੀਤਾ ਗਿਆ ਹੈਗਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚ ਚੁੱਕੇ ਨੇ ਔਰ ਲਗਾਤਾਰ ਸਮੁੱਚੀ ਲੀਡਰਸ਼ਿਪ ਉਸ ਟਰਾਲੇ ਦੇ ਵਿੱਚ ਸਵਾਰ ਹੋ ਚੁੱਕੀ ਹੈ, ਚੜ੍ਹ ਚੁੱਕੀ, ਜਿਸ ਟਰਾਲੇ ਦੇ ਉੱਪਰ ਸਾਰੀ ਲੀਡਰਸ਼ਿਪ ਜਿਹੜੀ ਹੈਗੀ ਆ ਆਪਣੇ ਕਾਡਰ ਦੇ ਨਾਲ ਮੁਖਾਤਿਬ ਹੋਵੇਗੀ ਔਰ ਕਾਡਰ ਨੂੰ ਦੱਸੇਗੀ ਕਿ ਕਿਉਂ ਇਹ ਲੜਾਈ ਲੜੀ ਜਾ ਰਹੀ ਹੈ, ਇਸ ਲੜਾਈ ਲੜਨ ਦਾ ਮਤਲਬ ਕੀ ਆ। ਜੇਕਰ ਇਹ ਲੜਾਈ ਅੱਜ ਇੱਥੇ ਛੱਡ ਦਈਏ ਤਾਂ ਇਸ ਦੇ ਨਾਲ ਨੁਕਸਾਨ ਕਿੰਨਾ ਹੋਵੇਗਾ। ਤਸਵੀਰਾਂ ਦੇ ਜ਼ਰੀਏ ਤੁਹਾਨੂੰ ਲਗਾਤਾਰ ਸਵੇਰ ਤੋਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਕਿ ਕਿਵੇਂ ਅਕਾਲੀ ਦਲ ਦੇ ਵਰਕਰ ਜਿਹੜੇ ਹੈਗੇ ਨੇ ਦੂਰ ਦਰਾਡੇ ਤੋਂ ਇੱਥੇ ਪਹੁੰਚੇ ਨੇ ਔਰ ਕਿਸਾਨਾਂ ਦੇ ਹੱਕ ਵਿੱਚ ਨਾਅਰਾ ਮਾਰ ਰਹੇ ਨੇ। ਔਰ ਹੁਣ ਡਾਕਟਰ ਦਲਜੀਤ ਚੀਮਾ ਜਿਹੜੇ ਹੈਗੇ ਨੇ ਉਹ ਆਪਣੇ ਕਾਡਰ ਦੇ ਨਾਲ ਮੁਖਾਤਿਬ ਹੋਣਗੇ। ਇਸ ਤੋਂ ਬਾਅਦ ਸਮੁੱਚੀ ਲੀਡਰਸ਼ਿਪ ਜਿਹੜੀ ਹੈਗੀ ਉਹ ਮੁਖਾਤਿਬ ਹੁੰਦੀ ਹੋਈ ਨਜ਼ਰ ਆਵੇਗੀ ਔਰ ਲਗਾਤਾਰ ਅਕਾਲੀ ਦਲ ਕਹਿ ਰਿਹਾ ਕਿ ਦੇਖ ਸਕਦੇ ਹੋ SY ਦੇ ਵਰਕਰਾਂ ਨੇ ਵੀ ਆਪਣੀਆਂ ਡਿਊਟੀਆਂ ਸਾਂਭੀਆਂ ਹੋਈਆਂ ਨੇ, ਯੂਥ ਅਕਾਲੀ ਦਲ ਦੇ ਵਰਕਰਾਂ ਨੇ ਆਪਣੀਆਂ ਡਿਊਟੀਆਂ ਸਾਂਭੀਆਂ ਹੋਈਆਂ ਨੇ ਔਰ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਦੀ ਗੱਲ ਸੁਣੀ ਜਾਵੇ, ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਉਹ ਕਿਸਾਨ ਨੇ ਜਿਹੜੇ ਕਿਸਾਨ ਲਗਾਤਾਰ ਸੰਘਰਸ਼ ਦੇ ਰਾਹ ਪਏ ਹੋਏ ਨੇ, ਪਿਛਲੇ 3 ਸਾਲ ਹੋ ਗਏ ਨੇ ਸੰਘਰਸ਼ ਦੇ ਰਾਹ, ਪਰ ਕਿਸਾਨਾਂ ਦੀ ਗੱਲ ਨਹੀਂ ਸੁਣੀ ਗਈ। ਚਾਹੇ ਮੁੱਖ ਮੰਤਰੀ ਦੇ ਰੂਪ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਣ, ਚਾਹੇ ਹੁਣ ਮੁੱਖ ਮੰਤਰੀ ਦੇ ਰੂਪ ਵਿੱਚ ਚਰਨਜੀਤ ਚੰਨੀ ਹੋਣ, ਚਾਹੇ ਕੈਬਨਿਟ ਨੂੰ ਬਦਲ ਦਿੱਤਾ ਗਿਆ, ਪਰ ਕਿਸਾਨਾਂ ਦੀ ਗੱਲ ਹਾਲੇ ਵੀ ਨਹੀਂ ਸੁਣੀ ਜਾ ਰਹੀ। ਕਿਸਾਨ ਹਾਲੇ ਵੀ ਸੰਘਰਸ਼ ਦੇ ਰਾਹ ਪਏ ਹੋਏ ਨੇ। ਤਾਂ ਜੋਸ਼ ਵੀ ਅੱਜ ਵੇਖਣ ਨੂੰ ਮਿਲ ਰਿਹਾ ਹੈ, ਕਾਲੇ ਝੰਡੇ ਫੜੇ ਹੋਏ ਨੇ, ਰੋਸ ਦੇ ਵਜੋਂ ਕੇਂਦਰ ਸਰਕਾਰ ਪ੍ਰਤੀ ਰੋਸ ਹੈ, ਪੰਜਾਬ ਸਰਕਾਰ ਪ੍ਰਤੀ ਰੋਸ ਹੈ। ਤਾਂ ਇਹ ਰੋਸ ਦੀਆਂ ਤਸਵੀਰਾਂ ਵੀ ਨੇ, ਵਿੱਚੋਂ ਤੁਹਾਨੂੰ ਦਿਖਾ ਰਹੇ ਹਾਂ ਔਰ ਆਪਣੇ ਕਾਡਰ ਨੂੰ ਕਿਹਾ ਜਾਏ ਕਿ ਜਿੱਥੇ ਵੀ ਖੜੇ ਨੇ ਉਹ ਉੱਥੇ ਹੀ ਬੈਠ ਜਾਣ, ਕਿਉਂਕਿ ਸੀਨੀਅਰ ਲੀਡਰਸ਼ਿਪ ਨੇ ਹੁਣ ਮੁਖਾਤਿਬ ਹੋਣਾ, ਸੀਨੀਅਰ ਲੀਡਰਸ਼ਿਪ ਮੁਖਾਤਿਬ ਹੋਵੇਗੀ ਔਰ ਆਵਾਜ਼ ਬੁਲੰਦ ਕੀਤੀ ਗਈ ਹੈ ਜੋ ਉਹ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇ, ਸਰਕਾਰ ਨੂੰ ਮੈਮੋਰੰਡਮ ਦਿੱਤਾ ਜਾਵੇ, ਸਰਕਾਰ ਉਹ ਕਿਸਾਨਾਂ ਦੀ ਗੱਲ ਸੁਣੇ ਜਿਹੜੇ ਕਿਸਾਨ ਪ੍ਰਭਾਵਿਤ ਹੋਣਗੇ, ਜਿਹੜੇ ਕਿਸਾਨਾਂ ਨੂੰ ਲਗਾਤਾਰ ਲਾਰੇ ਮਿਲੇ ਨੇ, ਜਿਹੜੇ ਕਿਸਾਨਾਂ ਨੂੰ ਲਗਾਤਾਰ ਸਰਕਾਰ ਦੀ ਬੇਰੁਖੀ ਦਾ ਸਾਹਮਣਾ ਕਰਨਾ ਪਿਆ ਹੈ। ਤਾਂ ਉਹ ਕਿਸਾਨ
ਅੱਜ ਵੀ ਜਿਹੜੇ ਹੈਗੇ ਨੇ ਲਗਾਤਾਰ ਸੰਘਰਸ਼ ਕਰ ਰਹੇ ਨੇ। ਅੱਜ ਉਸ ਸੰਘਰਸ਼ ਨੂੰ ਬੂਰ ਪਵੇ, ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵੱਡਾ ਮਾਰਚ ਕੀਤਾ ਗਿਆ, ਪਰ ਇਸ ਮਾਰਚ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਪੁਲਿਸ ਬਲ ਦੇ ਜ਼ਰੀਏ ਮੋਹਾਲੀ ਦੇ ਵਿੱਚ ਹੀ ਰੋਕ ਦਿੱਤਾ ਗਿਆ ਔਰ ਡਾਕਟਰ ਦਲਜੀਤ ਚੀਮਾ ਮੀਡੀਆ ਦੇ ਮੁਖਾਤਿਬ ਹੋ ਰਹੇ ਨੇ, ਕਾਡਰ ਦੇ ਮੁਖਾਤਿਬ ਹੋ ਰਹੇ ਨੇ। सरदार सुखबीर सिंह बादल जी साडे बहुत ही सत्कारयोग प्रोफेसर प्रेम सिंह जी चंदूमाजरा साहब, पार्टी के साडे नौजवान आगू सरदार बिक्रम सिंह जी मजीठिया साहब, हाँ जी, सारे श्रोमणी अकाली दल की हाँ जी, हाँ जी, इत्थे हाजिर लीडरशिप, सारे आगू ठीक है, वर्कर से ओके, हाँ जाना जाना जाना, वाहेगुरु जी का खालसा। ओके ओके, लेके जाना लेके जाना, ਉੱਥੇ ਜਾਣਾ ਮਾਈਕ ਲਾਉਣਾ ਤੇ ਆਜੂਗਾ ਅੱਜ ਨਾ ਬਾਅਦ ਅੱਜ ਜਾ ਓਕੇ। ਫਿਰ ਅੱਜ ਸਾਰੇ ਤੁਸੀਂ ਉਹਨਾਂ ਕਿਸਾਨ ਵੀਰਾਂ ਦੀ ਮਦਦ ਵਾਸਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਲੈ ਕੇ ਕਾਫੀਆਂ ਲੈ ਕੇ ਆਪਣੇ ਹੋਰ ਸਾਧਨ ਲੈ ਕੇ ਤੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਚੁਕਾਉਣ ਵਾਸਤੇ ਇੱਥੇ ਪਹੁੰਚੇ ਹੋ ਕਿ ਜਿਹੜੀ 25,000 ਏਕੜ ਜ਼ਮੀਨ 25,000 ਏਕੜ ਜ਼ਮੀਨ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਅਕਵਾਇਰ ਕੀਤੀ ਜਾ ਰਹੀ ਆ, ਉਹਦੇ ਵਿੱਚ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ, ਕੋਟੀਆਂ ਦੇ ਭਾਅ ਉਹਨਾਂ ਦੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ। ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੇ ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਨਾਲ ਮੀਟਿੰਗ ਕਰਕੇ ਪਹਿਲਾਂ ਪੰਜਾਬ ਦੇ ਗਵਰਨਰ ਸਾਹਿਬ ਨੂੰ ਇੱਕ ਮੈਮੋਰੈਂਡਮ ਦਿੱਤਾ ਸੀ ਔਰ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਇਹਨਾਂ ਕਿਸਾਨਾਂ ਨੂੰ ਉਹਨਾਂ ਦੇ ਹੱਕ ਦਿਵਾਏ ਜਾਣ। ਅੱਜ ਪੰਜਾਬ ਦੇ ਮੁੱਖ ਮੰਤਰੀ ਦਾ ਘਿਰਾਓ ਕਰਨ ਵਾਸਤੇ ਸ਼ਾਂਤਮਈ ਤਰੀਕੇ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੈਂ ਦੇਖ ਰਿਹਾ, ਜਿੱਥੋਂ ਤੱਕ ਮੇਰੀ ਨਜ਼ਰ ਜਾਂਦੀ ਆ, ਵੱਡਾ ਕਾਫਲਾ ਟਰੈਕਟਰਾਂ ਦਾ ਅੱਜ ਕਿਸਾਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਪਹੁੰਚਿਆ। ਮੈਂ ਕੁਝ ਕੁ ਬੁਲਾਰਿਆਂ ਨੂੰ ਬੇਨਤੀ ਕਰਾਂਗਾ ਕਿ ਉਹ ਅੱਜ ਦੇ ਇਸ ਮੌਕੇ ਦੇ ਉੱਤੇ ਤੁਹਾਨੂੰ ਸੰਬੋਧਨ ਕਰਨਗੇ, ਕਿਉਂਕਿ ਲੋਕਤੰਤਰ ਦਾ ਘਾਣ ਕਰਨ ਵਾਲੀ ਗੱਲ ਹੈ ਕਿ ਅਸੀਂ ਆਪਣੀ ਰਾਜਧਾਨੀ ਦੇ ਵਿੱਚ ਮੁੱਖ ਮੰਤਰੀ ਦੇ ਕੋਲ ਆਵਾਜ਼ ਪਹੁੰਚਾਉਣ ਵਾਸਤੇ ਜਾ ਰਹੇ ਹਾਂ, ਪਰ ਰਸਤੇ ਦੇ ਵਿੱਚ ਮੁੱਖ ਮੰਤਰੀ ਦੇ ਆਦੇਸ਼ਾਂ ਦੇ ਉੱਤੇ ਸਾਡੇ ਆਪਣੇ ਸੂਬੇ ਦੀ ਪੁਲਿਸ ਜਿਹੜੀ ਆ ਉਹ ਸਾਡੇ ਲੋਕਤੰਤਰੀ ਹੱਕਾਂ ਤੋਂ ਸਾਨੂੰ ਵਾਂਝਾ ਕਰ ਰਹੀ ਹੈ। ਇਸ ਲਈ ਅੱਜ ਦੇ ਇਸ ਮੌਕੇ ਦੇ ਉੱਤੇ ਸਭ ਤੋਂ ਪਹਿਲਾਂ ਮੈਂ ਰੋਡ ਸੰਘਰਸ਼ ਕਮੇਟੀ, ਜਿਨ੍ਹਾਂ ਦੇ ਲੱਖਾਂ ਕਿਸਾਨਾਂ ਦੇ ਵਾਸਤੇ ਅੱਜ ਅਸੀਂ ਸਮਰਥਨ ਕਰਨ ਵਾਸਤੇ ਆਏ ਹਾਂ, ਉਹਨਾਂ ਦੇ ਸੂਬੇ ਦੇ ਕੋਆਰਡੀਨੇਟਰ ਜਿਹੜੇ ਜੇਜੀ ਸਾਹਿਬ, ਉਹਨਾਂ ਨੂੰ ਬੇਨਤੀ ਹੈ ਕਿ ਉਹ ਆ ਕੇ ਜਿਹੜਾ ਮਸਲਾ ਉਹਨਾਂ ਦੇ ਕਿਸਾਨ ਵੀਰਾਂ ਦਾ ਉਹ ਤੁਹਾਡੇ ਨਾਲ ਸਾਂਝਾ ਕਰਨਗੇ। ਜੇਜੀ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸ਼੍ਰੋਮਣੀ ਅਕਾਲੀ ਦਲ ਦਾ ਤਹਿ ਦਿਲੋਂ ਧੰਨਵਾਦ ਕਰਦਾ। ਯਕੀਨ ਕਰਿਓ ਮੇਰੇ ਕਿਸਾਨ ਵੀਰੋ, 1 ਸਾਲ ਦੇ ਲੜਾਈ ਲੜ ਰਹੇ ਆ। 1 ਸਾਲ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਾਹਰ ਬੈਠਿਆਂ ਨੂੰ ਸਾਨੂੰ ਘੱਟੋ ਘੱਟ 6 ਮਹੀਨੇ ਹੋ ਗਏ, ਅਸੀਂ ਘਰ ਦਾ ਮੂੰਹ ਨਹੀਂ ਦੇਖਿਆ। ਪਰ ਜਦੋਂ ਸੁਖਬੀਰ ਸਿੰਘ ਬਾਦਲ ਜੀ ਨੇ, ਪ੍ਰਧਾਨ ਸਾਹਿਬ ਨੇ ਸਾਡੀ ਮੀਟਿੰਗ ਬੁਲਾਈ ਤੇ ਸਾਡਾ ਜਿਹੜਾ ਜੋਸ਼ ਹੈ ਉਹ ਦੁੱਗਣਾ ਹੋ ਗਿਆ ਤੇ ਸਾਨੂੰ ਵਿਸ਼ਵਾਸ ਹੋਇਆ ਕਿ ਪਹਿਲਾਂ ਇਹਨਾਂ ਨੇ ਇਹਨਾਂ ਜ਼ਮੀਨਾਂ ਦਾ 1.5 ਕਰੋੜ ਰੁਪਈਆ ਦਵਾਇਆ ਸੀ। ਅੱਜ ਉਹੀ ਕਿਸਾਨ 60 55 ਲੱਖ ਰੁਪਏ ਦੇ ਵਿੱਚ ਲੁੱਟਿਆ ਜਾ ਰਿਹਾ ਹੈ। ਮੈਂ ਪੁਲਿਸ ਪ੍ਰਸ਼ਾਸਨ ਨੂੰ ਹੱਥ ਬੰਨ ਕੇ ਬੇਨਤੀ ਕਰੂੰਗਾ, ਪਹਿਲਾਂ ਹੱਥ ਬੰਨ ਕੇ ਯਾਰ ਸਾਨੂੰ ਗਾਹ ਟੱਪ ਜਾਣ ਦਿਓ। ਇਹ ਸੁੱਤੀ ਵੀ ਸਰਕਾਰ ਨੂੰ ਜੇ ਕਿਸੇ ਪੰਜਾਬ ਦੇ ਰਾਖੇ ਨੇ ਕੋਈ ਆਵਾਜ਼ ਚੱਕੀ ਹੈ, ਸਾਡੀ ਆਵਾਜ਼ ਉੱਥੇ ਤੱਕ ਪਹੁੰਚ ਜਾਣ ਦਿਓ। ਅਸੀਂ ਬਹੁਤ ਮਿਹਨਤਾਂ ਤਰਲੇ ਕਰਕੇ ਦੇਖ ਲਏ ਤੇ ਤੂੰ ਮੈਂ ਮੇਰੇ
ਕਿਸਾਨ ਵੀਰਾਂ ਨੂੰ ਇੱਕ ਗੱਲ ਦੱਸੂਗਾ, ਉਹੀ ਕਾਨੂੰਨ ਹੈ, ਉਹੀ ਸਭ ਕੁਝ ਹੈ। ਜੇ ਸਰਕਾਰਾਂ ਦੇ ਮਨ ਦੇ ਵਿੱਚ ਮਨਸ਼ਾ ਹੋਵੇ, ਚੰਗੀ ਸੋਚ ਹੋਵੇ ਤਾਂ 1.5 ਕਰੋੜ ਵੀ ਮਿਲ ਜਾਂਦਾ ਹੈ। ਤੇ ਜੇ ਸਰਕਾਰ ਜਿਵੇਂ ਆਪਾਂ ਕਹਿ ਦਿੰਦੇ ਆ ਕੁੱਤੀ ਚੋਰਾਂ ਨਾਲ ਰਲ ਗਈ ਤੇ ਫਿਰ ਜਿਵੇਂ ਅਸੀਂ ਲੁੱਟੇ ਗਏ ਉਵੇਂ ਲੁੱਟੇ ਵੀ ਜਾਂਦੇ ਆ। ਮੈਨੂੰ ਵਿਸ਼ਵਾਸ ਹੈ ਕਿ ਜੇ ਅੱਗੇ ਅਕਾਲੀ ਸਰਕਾਰ ਆਉਂਦੀ ਹੈ ਤੇ ਜਿਹੜੇ ਸਾਡੀਆਂ ਜ਼ਮੀਨਾਂ ਲੁੱਟੀਆਂ ਜਾ ਰਹੀਆਂ, ਸਾਡਾ ਪੰਜਾਬ ਲੁੱਟਿਆ ਜਾ ਰਿਹਾ, ਸ਼ਾਇਦ ਉਹ ਬਚ ਜਾਊਗਾ। ਮੈਂ ਬਹੁਤ ਸਾਲ ਹੋ ਗਏ ਜੀ ਇਹੀ ਕੁਝ ਚੱਲ ਰਿਹਾ। ਬਹੁਤ ਸਾਡੇ ਤੇ ਪਰਚੇ ਬੜੇ ਹੋਏ ਆ। 500 ਹਾਲੇ ਪੁਲਿਸ ਵਾਲੇ ਪਿੱਛੇ ਚੈੱਕ ਕਰ ਰਹੇ ਆ ਤੇ ਪਤਾ ਕਰ ਲੈਂਦੇ ਮੁੱਖ ਮੰਤਰੀ ਉਹੀ ਹੈ, ਕਿਤੇ ਬਦਲ ਤਾਂ ਨਹੀਂ ਗਿਆ ਵੀ ਤੁਸੀਂ ਗਲਤ ਕੰਮ ਕਰ। ਇਸ ਕਰਕੇ ਉਨੀ ਦੇਰ ਤੱਕ ਸ਼ਰਮਾ ਜੀ ਨੂੰ ਬੇਨਤੀ ਹੈ, ਸ਼੍ਰੀ NK ਸ਼ਰਮਾ ਜੀ ਸਾਡੇ MLA ਸਾਹਿਬ ਨੂੰ, ਕਿ ਉਹ ਤੁਹਾਡੇ ਦਰਸ਼ਨ ਕਰਨਗੇ। NK ਸ਼ਰਮਾ ਜੀ ਜਿੰਦਾਬਾਦ। ਬਹੁਤ ਸਤਿਕਾਰਯੋਗ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਪ੍ਰੇਮ ਸਿੰਘ ਜੀ ਚੰਦੂਮਾਜਰਾ ਸਾਹਿਬ ਔਰ ਸਰਦਾਰ ਵਿਕਰਮਜੀਤ ਸਿੰਘ ਜੀ ਮਜੀਠਾ ਸਾਹਿਬ, ਬਹੁਤ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਔਰ ਪੂਰੇ ਪੰਜਾਬ ਤੋਂ ਆਏ ਹੋਏ ਮੇਰੇ ਕਿਸਾਨ ਵੀਰ, ਅੱਜ ਬਹੁਤ ਦੁੱਖ ਦੀ ਗੱਲ ਆ ਕਿ ਸਰਕਾਰ ਕਿਸਾਨਾਂ ਨੂੰ ਲੁੱਟਣ ਜਾ ਰਹੀ ਆ। ਇਹੀ ਏਰੀਆ ਪੁਆਧ ਦਾ ਏਰੀਆ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਜਦੋਂ ਜ਼ਮੀਨ ਅਕਵਾਇਰ ਕਰੀ 1.5 ਕਰੋੜ ਰੁਪਏ ਤੋਂ ਲੈ ਕੇ 4-4 ਕਰੋੜ ਰੁਪਏ ਜ਼ਮੀਨਾਂ ਦੇ ਰੇਟ ਦਿੱਤੇ। ਯਾਦ ਕਰੋ ਦਿਨ ਜਦੋਂ ਜ਼ਿਮੀਂਦਾਰ ਆਪਣੇ ਆਪ ਸਰਕਾਰ ਨੂੰ ਬੇਨਤੀ ਕਰਦੇ ਸੀਗੇ ਕਿ ਸਾਡੀਆਂ ਜ਼ਮੀਨਾਂ ਲਿਓ। ਆ ਮੇਰੇ ਝੂੜਹੜੀ ਪਿੰਡਾ 30 ਲੱਖ ਰੁਪਇਆ ਕਿੱਲਾ ਜ਼ਮੀਨ ਸੀਗੀ ਔਰ ਬਾਲ ਸਾਹਿਬ ਨੇ ਅੱਜ ਤੋਂ 12 ਸਾਲ ਪਹਿਲਾਂ 1.5 ਕਰੋੜ ਰੁਪਏ ਏਕੜ ਜ਼ਮੀਨ ਦਵਾਈ। ਇਹ ਕਹਿੰਦੇ ਆ ਕਿ ਕੇਂਦਰ ਦਾ ਕਾਨੂੰਨ ਅਸੀਂ ਚੇਂਜ ਨਹੀਂ ਕਰ ਸਕਦੇ, ਪੈਸੇ ਉਹ ਵੀ ਕੇਂਦਰ ਦੇ ਸੀਗੇ। ਇਸ ਤੋਂ ਇਲਾਵਾ ਮੇਰੇ ਨੇੜੇ ਆ ਮੌਲੀ ਪਿੰਡਾ, ਇੱਥੇ ਲਖਨੌਰ ਪਿੰਡਾ 840 ਏਕੜ ਜ਼ਮੀਨ ਕਾਂਗਰਸ ਨੇ ਅਕਵਾਇਰ ਕਰੀ 8 ਲੱਖ ਰੁਪਏ ਏਕੜ ਨੂੰ। ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀਗੀ ਜਿਨ੍ਹਾਂ ਨੇ ਸੁਪਰੀਮ ਕੋਰਟ ਤੋਂ ਹਾਰੇ ਹੋਏ ਕਿਸਾਨਾਂ ਨੂੰ ਜਿਹੜਾ ਉਹ ਜ਼ਮੀਨ ਵਾਪਸ ਦਿੱਤੀ। ਅੱਜ 10-10 ਕਰੋੜ ਰੁਪਏ ਜ਼ਮੀਨ ਦੀ ਕੀਮਤ ਆ ਭਰਾਵੋ। ਅੱਜ ਸਤਾਰਗੜ੍ਹ ਤੇ ਰੇਟ 10 ਕਰੋੜ ਰੁਪਏ ਆ, ਉਹਦੇ ਨੇੜੇ ਹੀ 28 ਲੱਖ ਰੁਪਏ ਕਿੱਲਾ ਜ਼ਿਮੀਂਦਾਰ ਨੂੰ ਜ਼ਮੀਨ ਦੀ ਕੀਮਤ ਦੇਈ ਜਾ ਰਹੀ ਆ। ਡੁੱਬ ਕੇ ਮਰ ਜਾਣਾ ਚਾਹੀਦਾ ਹੈ ਜੀ ਸਰਕਾਰ ਨੂੰ। ਔਰ ਇਸ ਤੋਂ ਵੀ ਅੱਗੇ ਵੀਰੋ ਕੰਢੀ ਦਾ ਏਰੀਆ, ਬਾਦਲ ਸਾਹਿਬ ਨੇ 24 ਘੰਟੇ ਮੋਟਰਾਂ ਤੇ ਬਿਜਲੀ ਇੱਥੇ ਦੇਈ ਹੋਈ ਆ। ਇਹ ਸਰਕਾਰ ਖੰਭੇ ਲਾ ਕੇ 8 ਘੰਟੇ ਬਿਜਲੀ ਕਰਨ ਜਾ ਰਹੀ ਆ। ਮੈਂ ਸਮਝਦਾ ਕਿ ਕਿਸਾਨਾਂ ਨੂੰ ਮਾਰਨ ਜਾ ਰਹੀ ਆ। ਸੋ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸਦਾ ਕਿਸਾਨੀ ਦੀ ਕਦਰ ਕਰੀ ਔਰ ਕਿਸਾਨਾਂ ਵਾਸਤੇ ਬਹੁਤ ਵੱਡੇ ਵੱਡੇ ਫੈਸਲੇ ਲਏ ਆ, ਚਾਹੇ ਅਸਤੀਫੇ ਹੋਣ ਕੈਬਨਿਟ ਤੋਂ, ਚਾਹੇ ਜਿਹੜੇ ਵੱਡੇ ਸਮਝੌਤੇ ਤੁਹਾਡੇ ਹੋਣ। ਸੋ ਅੱਜ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਕਿਸਾਨਾਂ ਦੀ ਲੜਾਈ ਲੜਨ ਵਾਸਤੇ ਆਪ ਆਏ ਆ। ਮੈਂ ਜੀ ਆਇਆਂ ਵੀ ਆਖਦਾ ਔਰ ਸਾਰੇ ਕਿਸਾਨਾਂ ਵੱਲੋਂ ਪੁਆਧੀ ਏਰੀਆ ਵੱਲੋਂ ਇਹਨਾਂ ਦਾ ਧੰਨਵਾਦ ਵੀ ਕਰਦਾ। ਮੈਂ 2 ਨਾਅਰੇ ਲਾਵਾਂਗਾ, ਤੁਸੀਂ ਜਵਾਬ ਦਿਓ। ਰੋਡ ਐਕਸਪ੍ਰੈਸ ਸੰਘਰਸ਼ ਕਮੇਟੀ ਜਿੰਦਾਬਾਦ, ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ, ਕਿਸਾਨ ਮਜ਼ਦੂਰ ਅਕਾਲੀ ਦਲ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਅਕਾਲੀ ਦਲ ਏਕਤਾ ਜਿੰਦਾਬਾਦ। ਥੈਂਕ ਯੂ। ਮੈਂ ਬੇਨਤੀ ਕਰਾਂਗਾ ਮਾਝੇ ਦੇ ਜਰਨੈਲ ਸਰਦਾਰ ਵਿਕਰਮ ਜੀ ਮਜੀਠਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ
ਚਰਨਾਂ 'ਚ ਨਤਮਸਤਕ ਹੋ ਕੇ ਸੱਚੇ ਪਾਤਸ਼ਾਹ ਦੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਨਤਮਸਤਕ ਹੋ ਕੇ ਅਰਦਾਸ ਕਰਕੇ ਅੱਜ ਕਿਸਾਨਾਂ ਦੀ ਜਿਹੜੀ ਐਕੁਜੀਸ਼ਨ ਜ਼ਮੀਨ ਦੀ ਜਿਹੜੀ ਲੜਾਈ ਆ, ਔਰ ਮੈਂ ਇਸ ਕਮੇਟੀ ਨੂੰ ਜਿਹੜੀ ਸੰਘਰਸ਼ ਕਰ ਰਹੀ ਆ ਬੜੇ ਲੰਮੇ ਸਮੇਂ ਤੋਂ, ਉਹਨਾਂ ਦੇ ਜਿਹੜੇ ਆਗੂ ਸਾਹਿਬਾਨ ਆਏ ਆ ਉਹਨਾਂ ਨੂੰ ਜੀ ਆਇਆਂ ਵੀ ਕਹਿਣਾ ਤੇ ਤੁਹਾਨੂੰ ਧੰਨਵਾਦ ਵੀ ਕਰਦਾ। ਖਾਲਸਾ ਜੀ, ਅੱਜ ਦਾ ਜਿਹੜਾ ਇਹ ਸਾਰਾ ਇਕੱਠ ਹੈ, ਇੱਕ ਗੱਲ ਬੜੇ ਸਾਫ਼ ਤਰੀਕੇ ਨਾਲ ਇਹ ਗੱਲ ਦਰਸਾਉਂਦਾ ਕਿ ਐਕੁਜੀਸ਼ਨ, ਮੈਨੂੰ ਯਾਦ ਹੈ ਜਦੋਂ ਮੋਹਾਲੀ 에ਅਰਪੋਰਟ ਬਣਨਾ ਸੀ ਉਦੋਂ ਵੀ ਵੱਡੇ ਪੱਧਰ ਤੇ ਹੋਈ ਸੀ, ਔਰ ਸਭ ਤੋਂ ਜਿਹੜੀ ਮਹਿੰਗੀ ਜ਼ਮੀਨ ਉਸ ਵੇਲੇ ਚੰਡੀਗੜ੍ਹ ਦਾ ਆਲਾ ਦਾਲਾ ਗਿਣਿਆ ਜਾਂਦਾ ਸੀ। ਮਗਰ ਮੈਂ ਇੱਕ ਗੱਲ ਦੀ ਬੜੀ ਤਸੱਲੀ ਔਰ ਮੈਂ ਵਧਾਈ ਦਿੰਦਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ, ਕਿ ਕੱਲੇ ਇੱਕ ਕਮੇਟੀ ਨਹੀਂ, ਬਾਰ-ਬਾਰ ਉਹ ਕਮੇਟੀਆਂ ਬਣਾ ਕੇ ਮੀਟਿੰਗਾਂ ਕਰਕੇ ਅਖੀਰ 'ਚ ਇਹ ਹਾਲਾਤ ਪੈਦਾ ਹੋ ਗਏ ਕਿ ਜਿਹਦੀ ਜ਼ਮੀਨ ਐਕੁਜੀਸ਼ਨ 'ਚ ਨਹੀਂ ਆਈ ਉਹ ਵੀ ਸਿਫਾਰਿਸ਼ ਪਾਉਂਦਾ ਸੀ ਆ ਕੇ ਕਿ ਸਰਕਾਰ ਐਡਾ ਵਧੀਆ ਰੇਟ ਦੇ ਰਹੀ ਹੈ ਤੇ ਸਾਡੀ ਜ਼ਮੀਨ ਵੀ ਐਕਵਾਇਰ ਕਰਾ ਦਿਓ, ਸਾਨੂੰ ਕੋਈ ਗੁੱਸਾ ਗਿਲਾ ਨਹੀਂ। ਕਿਉਂ ਜੀ ਗਿੱਲ ਸਾਹਿਬ, ਤੁਹਾਨੂੰ ਤਾਂ ਇਹ ਗੱਲ ਦੀ ਸਮਝ ਹੈ। ਮਗਰ ਅੱਜ ਹਾਲ ਵੇਖ ਲਓ, ਆਏ ਆ ਸਾਡੇ ਕਿਸਾਨ ਵੀਰ, ਬਹੁਤ ਸਤਿਕਾਰਯੋਗ ਜਗਦੇਵ ਸਿੰਘ ਜੀ, ਚੜ੍ਹ ਜਾਓ ਤੁਸੀਂ ਵੀ ਟਰੈਕਟਰ ਤੇ। ਇਹ ਆਪ ਦੀ ਰਜਿਸਟਰੀ ਕੱਢ ਕੇ ਲਿਆਏ ਆ ਬਾਲ ਸਾਹਿਬ, ਦੁਬੁਰਜੀ ਪਿੰਡ ਪਹਿਲ ਤਹਿਸੀਲ 'ਚ 2015 'ਚ ਜਦੋਂ ਤੁਹਾਡੀ ਸਰਕਾਰ ਸੀ ਇਹਨਾਂ ਨੂੰ ਪਰ ਏਕੜ 1 ਕਰੋੜ 10 ਲੱਖ ਮਿਲਿਆ, ਔਰ ਅੱਜ ਉਸ ਤੋਂ ਬਾਅਦ 16 'ਚ 1 ਕਰੋੜ 16 ਲੱਖ ਰੁਪਈਆ ਮਿਲਿਆ, ਔਰ ਇੰਨੀ 'ਚ ਇਹਨਾਂ ਨੇ ਆਪ ਜ਼ਮੀਨ ਵੇਚੀ 1 ਕਰੋੜ 29 ਲੱਖ ਦੀ। ਤੇ ਅੱਜ ਜਿਹੜੀ ਕਿਸਾਨ ਮਾਰੂ ਸਰਕਾਰ ਚੱਲ ਰਹੀ ਹੈ ਪੰਜਾਬ 'ਚ, ਉਹਨਾਂ ਦੇ ਹਾਲ ਵੇਖ ਲਓ। ਅੱਜ ਜ਼ਮੀਨ ਇਹ 70 ਲੱਖ ਨੂੰ ਐਕਵਾਇਰ ਕਰ ਰਹੀ ਹੈ, ਉਸੇ ਖੇਵੜ 'ਚੋਂ ਨਾਲ ਲੱਗਦੀ ਜ਼ਮੀਨ ਇਹ ਹਾਲਾਤ ਬਣੇ ਪਏ ਆ। ਔਰ ਸ਼ਾਇਦ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ, ਕਿਸੇ ਨੂੰ ਇਹਨਾਂ ਨੇ ਜਹੇਦਾਰ ਜੀ ਉਸ ਦਿਨ ਜਿੱਦਣ ਮਿਲੇ ਸੀ ਸੰਘਰਸ਼ ਕਮੇਟੀ ਦੱਸਿਆ ਕਿ 25,000 ਏਕੜ ਜ਼ਮੀਨ ਐਕਵਾਇਰ ਹੋ ਰਹੀ ਹੈ। ਔਰ ਤੁਸੀਂ ਇੱਕ ਗੱਲ ਵੇਖੋ, ਹਾਂਜੀ ਮੈਂ ਉਹੀ ਦੱਸ ਰਿਹਾ, 25,000 ਏਕੜ ਐਕਵਾਇਰ ਹੋ ਰਹੀ ਹੈ, ਔਰ ਜਿਨ੍ਹਾਂ ਦੀ ਜ਼ਮੀਨ ਜਿਹੜੀ ਰਹਿ ਜਾਣੀ ਹੈ ਮਾੜੀ ਮੋਟੀ, ਕੋਈ ਇਸ ਪਾਸੇ ਕੋਈ ਉਸ ਪਾਸੇ, 75,000 ਏਕੜ ਇਹਦੇ ਨਾਲ ਅਫੈਕਟ ਹੋਣੀ ਹੈ। ਕੋਈ 10 ਲੱਖ ਜੀ, 2 ਲੱਖ ਪਰਿਵਾਰ, ਜੇ 5-5 ਜੀ ਵੀ ਲਾਈਏ ਤੇ 10 ਲੱਖ ਲੋਕ ਇਹਦੇ ਨਾਲ ਉਜਾੜੇ ਦੇ ਤਹਿਤ ਥੱਲੇ ਆ ਰਹੇ ਆ। ਔਰ ਮੈਂ ਹੈਰਾਨ ਹੋ ਗਿਆ ਸੁਣ ਕੇ, ਮੈਨੂੰ ਲੱਗਦਾ ਉਸ ਦਿਨ ਤੂਰਸਾ ਤੁਸੀਂ ਇੱਥੋਂ ਦੀ ਗੱਲ ਸੁਣਾਉਂਦੇ ਸੀ ਮਹਾਲੀ ਦੀ, ਔਰ ਕਿਹੜਾ ਪਿੰਡ ਦੱਸਦੇ ਜਿੱਥੇ ਢਿੱਲੋਂ ਕੰਪਲੈਕਸ ਹੈ, ਇਹ ਸਤਾਬਤਪੁਰਾ ਤੁਹਾਡੇ ਹਲਕੇ 'ਚ ਆ। ਤੁਸੀਂ ਹੈਰਾਨ ਹੋ ਜਾਓਗੇ ਕਿ ਨਾਲ ਦੇ ਪਿੰਡ ਤਾਂ ਸ਼ਾਇਦ ਰੇਟ ਲੱਗਿਆ 9 ਕਰੋੜ ਨਾਲ ਦੇ ਪਿੰਡ ਦਾ ਲੱਗਿਆ, ਤੇ ਦੂਜੇ ਪਿੰਡ ਜਿਹੜਾ ਨਾਲ ਹੱਦ ਬਸਤਾ ਉਹਦਾ 24 ਲੱਖ ਲੱਗਿਆ। ਸ਼ਰੇਆਮ ਕਾਂਗਰਸ ਦੇ ਵੱਡੇ ਲੀਡਰ ਅਫਸਰ ਸਾਹਿਬਾਨ ਰਲ ਕੇ ਇਸ ਲੁੱਟ ਦਾ ਹਿੱਸੇਦਾਰ ਬਣ ਰਹੇ ਆ, ਔਰ ਕਿਸੇ ਨੂੰ ਸ਼ਾਇਦ ਅੰਦਾਜ਼ਾ ਨਹੀਂ ਕਿ 25,000 ਏਕੜ ਜੇ ਐਕਵਾਇਰ ਹੋਣੀ ਹੈ ਤੇ ਮੇਰੇ ਵੀਰੋ, ਜੇ 1 ਕਰੋੜ ਦਾ ਏਕੜ ਜਿਹਦੇ ਖਿਲਾਫ ਵਾਲੇ ਲੜਾਈ ਲੜ ਰਹੇ ਮੰਨਦੇ ਕਿ ਐਵਰੇਜ ਰੇਟ ਘੱਟੋ ਘੱਟ ਨਹੀਂ ਤਾਂ 2 ਕਰੋੜ ਤੋਂ 3 ਕਰੋੜ ਆਉਣਾ ਚਾਹੀਦਾ। ਕਿਸਾਨਾਂ ਨੂੰ ਅਸਲ 'ਚ 50 ਤੋਂ 75,000 ਕਰੋੜ ਮਿਲਣਾ ਚਾਹੀਦਾ, ਮਗਰ ਇਸ ਤਰੀਕੇ ਦੀ ਧਾਂਦਲੇਬਾਜ਼ੀ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਤਾਂ ਸ਼ਾਇਦ 25,000 ਵੀ ਨਹੀਂ ਮਿਲੂਗਾ ਕਰੋੜ, ਔਰ ਵੱਡਾ ਹਿੱਸਾ ਅਫਸਰਾਂ ਨੇ, ਵਜ਼ੀਰਾਂ ਨੇ, ਐਮਐਲਏ ਨੇ, ਕਾਂਗਰਸ ਦਿਆਂ ਨੇ ਲੁੱਟ ਕੇ ਲੈ ਜਾਣਾ। ਮੇਰੇ ਵੀਰੋ, ਅੱਜ ਉਹਦੇ ਖਿਲਾਫ, ਕਿਉਂਕਿ ਉਜਾੜਾ ਕੋਈ ਨਹੀਂ ਉਜੜਨਾ ਚਾਹੁੰਦਾ, ਹਰ ਵਾਰੀ ਗੱਲ ਵਸਣ ਦੀ ਹੁੰਦੀ ਆ। ਔਰ ਅੱਜ ਅਫਸੋਸ ਨਾਲ ਕਹਿਣਾ ਪੈਂਦਾ ਕਿ
ਜਿਹੜੀ ਸਾਰੀ ਭਾਰਤਮਾਲਾ ਪ੍ਰੋਜੈਕਟ ਹੈ, ਔਰ ਕਮਾਲ ਦੀ ਗੱਲ ਹੈ ਪੰਜਾਬ ਸਰਕਾਰ ਨੇ ਤਾਂ ਦੀਵਾਨੀ ਨਹੀਂ ਦੇਣੀ, ਇਹਨਾਂ ਨੇ ਤਾਂ ਕੱਲਾ ਰੇਟ ਲਾ ਕੇ ਦੇਣਾ, ਸਾਰੇ ਪੈਸੇ ਸੈਂਟਰ ਤੋਂ ਆਉਣੇ ਆ, ਮਗਰ ਪਤਾ ਨਹੀਂ ਇਹਨਾਂ ਦੀ ਕਿਸਾਨਾਂ ਪ੍ਰਤੀ ਕੀ ਬੇਈਮਾਨੀ ਹੈ। ਨਾ ਕਰਜ਼ਾ ਮਾਫੀ ਕੀਤੀ ਤੇ ਅੱਜ ਜੇ ਭਲਾ ਕਰਨ ਦਾ ਮੌਕਾ ਆਇਆ ਸੀ ਫੇਰ ਕਿਸਾਨਾਂ ਨਾਲ ਧੋਖੇ ਵੱਲ ਹੋਏ ਆ। ਔਰ ਮੈਂ ਹਿਸਾਬ ਲਾ ਰਿਹਾ ਸੀ ਬਾਲ ਸਾਹਿਬ ਜੋ ਇਹ ਦੱਸ ਕੇ ਗਏ ਆ ਕਿ 19 ਜ਼ਿਲ੍ਹੇ ਇਸ ਗੱਲ ਤੋਂ ਪ੍ਰਭਾਵਿਤ ਹੋ ਰਹੇ ਆ। ਔਰ ਮੈਂ ਜਿਵੇਂ ਪਹਿਲਾਂ ਦੱਸਿਆ ਕਿ 2 ਲੱਖ ਕਿਸਾਨ ਮਤਲਬ 10 ਲੱਖ ਜੀ, ਔਰ ਪਤਾ ਨਹੀਂ ਕਿੰਨੇ ਘਰ, ਕਿੰਨੇ ਪੋਲਟਰੀ ਫਾਰਮ, ਕਿੰਨੇ ਭੱਠੇ, ਕਿੰਨੇ ਡੇਅਰੀ, ਲੋਕਾਂ ਦੇ ਕਾਰੋਬਾਰ ਉੱਜੜ ਜਾਣੇ ਆ। ਔਰ ਵੱਡੀ ਗੱਲ ਹੈ ਨਿਕਾਸੀ ਸਭ ਤੋਂ ਵੱਡਾ ਮਸਲਾ। ਬਾਲ ਸਾਹਿਬ ਸਰਕਾਰ ਦੀ ਕੋਈ ਪਲੈਨਿੰਗ ਨਹੀਂ, 100 ਤੋਂ ਵੱਧ ਛੱਪੜ ਇੱਕ ਵਾਰ ਕਰ ਰਿਹਾ, ਉਹਨਾਂ ਪਿੰਡਾਂ 'ਚ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਕਰੋੜ 1.5 ਕਰੋੜ ਦਰਖਤ ਵੱਢ ਦੇਣਾ, ਪੋਲਿਊਸ਼ਨ ਤੇ ਸਾਹ ਲੈਣ ਦੀ ਆਕਸੀਜਨ ਦੀ ਸਭ ਤੋਂ ਵੱਡੀ ਕਿ ਆਪਣੀ ਹਵਾ ਦੀ ਗੱਲ ਦੀ ਬਾਰ-ਬਾਰ ਗੱਲ ਹੁੰਦੀ ਹੈ। ਜੇ 1 ਕਰੋੜ ਦਰਖਤ ਜੇ ਵੱਢ ਦੇਣਾ, ਉਹਦੀ ਜਗ੍ਹਾ ਲਾਉਣ ਦਾ ਕੀ ਪ੍ਰਬੰਧ ਹੋ ਰਿਹਾ ਉਹ ਵੀ ਕੁਛ ਨਹੀਂ। ਇਸੇ ਤਰ੍ਹਾਂ 1000 ਤੋਂ ਵੱਧ ਟਿਊਬਵੈਲ ਉੱਜੜ ਜਾਣੇ, ਇਸ 'ਚ ਉਹਨਾਂ ਨੂੰ ਕੀ ਮੁਆਵਜ਼ਾ, ਉਹਨਾਂ ਨੂੰ ਕਿੱਥੇ ਨਵੇਂ ਕਨੈਕਸ਼ਨ ਦੀ ਗੱਲ ਹੋ ਰਹੀ ਹੈ ਉਹ ਵੀ ਨਹੀਂ ਹੋ ਰਹੀ। ਇਹ ਬੜੀਆਂ ਗੱਲਾਂ ਨੇ ਕਿ ਕਿਵੇਂ ਇਹਦੇ ਨਾਲ ਨੈਚੁਰਲ ਫਲੋ ਪਾਣੀ ਦਾ ਇਫੈਕਟ ਹੋਊਗਾ, ਕਿਸਾਨਾਂ ਦੀ ਕਨੈਕਟੀਵਿਟੀ ਦਾ ਹਾਲ ਮਾੜਾ ਹੋਊਗਾ, ਮੁਸ਼ਤਰਕਾ ਜਿਹੜੇ ਖਾਤੇ ਨੇ ਉਹਨਾਂ ਦੀ ਲੜਾਈ ਵਧੂਗੀ, ਭਾਈ ਦੇ ਝਗੜੇ ਵਧਣਗੇ। ਔਰ ਅੱਜ ਅਸੀਂ ਮੰਗ ਕਰਦੇ ਹਾਂ ਕਿ ਐਵਰੇਜ ਰੇਟ 50 ਲੱਖ ਨਹੀਂ ਚਾਹੀਦਾ। ਜਕਾਰਾ ਛੱਡ ਦਿਓ ਜੇ ਮੇਰੀ ਗੱਲ ਤੇ ਸਹਿਮਤ ਹੋ। ਐਵਰੇਜ ਰੇਟ ਬਾਲ ਸਾਹਿਬ ਘੱਟੋ ਘੱਟ, ਬਾਲ ਸਾਹਿਬ ਮੈਂ ਬਾਰ-ਬਾਰ ਤੁਹਾਡਾ ਨਾਮ ਲੈ ਕੇ ਤਾਂ ਕਹਿ ਰਿਹਾ, ਦੂਜੇ ਪਾਸੇ ਤਾਂ ਕੰਮ ਉਜੜਿਆ ਫਿਰਦਾ। ਇਹ ਪੁਲਿਸ ਵਾਲੇ ਵਿਚਾਰੇ ਸਹੀ ਆ, ਇਹ ਸਾਨੂੰ ਤਾਰ ਰੋਕਦੇ, ਇਹ ਨਹੀਂ ਪਤਾ ਅਗਲੇ ਚੌਂਕ ਤੱਕ ਜਾਂਦੇ ਨੂੰ ਚੰਨੀ ਵਿਚਾਰਾ ਰਹੂਗਾ ਵੀ ਕਿ ਨਹੀਂ ਰਹੂਗਾ। ਇਹ ਕਹਿੰਦੇ ਹਲੇ ਫੈਸਲਾ ਤਾਂ ਹੋ ਲੈਣ ਦਿਓ। 15 ਦਿਨ ਹੋ ਗਏ ਛਿੱਤਰੋ ਛਿੱਤਰੀ ਹੁੰਦੇ ਨੂੰ ਆਪਸ 'ਚ, ਇਹਨਾਂ ਨੂੰ ਵੀ ਨਹੀਂ ਸਮਝ ਆਉਂਦੀ ਸਲਾਮ ਕਿਹਨੂੰ ਮਾਰਨਾ। ਇਹਨਾਂ ਨੇ ਵੀ ਅੱਜ ਕੱਲ ਸਲਾਮ ਮਾਰਨਾ ਛੱਡਿਆ, ਇਹ ਹੀ ਨਹੀਂ ਪਤਾ ਸਲਾਮ ਮਾਰਦੀ ਹੈ ਤੇ ਸਵੇਰ ਤੱਕ ਸਾਬਕਾ ਹੋ ਜੇ ਤੇ ਫਿਰ ਇਹ ਕਹਿੰਦੇ ਪਤਾ ਨਹੀਂ ਹੁਣ ਕਿੱਧਰ ਨੂੰ ਜਾਣਾ। ਇਸ ਲਈ ਔਖੇ ਇਹ ਵੀ ਬੜੇ ਆ, ਔਖੇ ਆਪਾਂ ਵੀ ਬੜੇ ਆ, ਔਖੇ ਕਿਸਾਨ ਵੀ ਬੜੇ ਆ। ਮਗਰ ਮੈਂ ਅੱਜ ਡਿਮਾਂਡ ਕਰਦਾ ਸਰਕਾਰ ਤੋਂ ਕਿ ਐਕੁਜੀਸ਼ਨ ਦਾ ਪ੍ਰੋਸੈਸ ਰੋਕਿਆ ਜਾਵੇ ਤੇ ਜਦ ਸ਼ੁਰੂ ਹੋਊ ਤੇ ਘੱਟੋ ਘੱਟ ਐਵਰੇਜ 3 ਕਰੋੜ ਪਰ ਏਕੜ, 2 ਕਰੋੜ ਤੋਂ 3 ਕਰੋੜ ਪਰ ਏਕੜ ਦਿੱਤਾ ਜਾਵੇ। ਇਹ ਬੇਨਤੀ ਕਰਦੇ ਹੋਇਆ ਮੈਂ ਸਾਰਿਆਂ ਦਾ, ਸੰਘਰਸ਼ ਕਮੇਟੀ ਜੋ ਏਡੀ ਵੱਡੀ ਲੜਾਈ ਲੜੀ ਆ, ਅੱਜ ਢਿੱਲੋਂ ਸਾਹਿਬ ਦੇ ਦਰਸ਼ਨ ਨਹੀਂ ਹੋਏ। ਤੁਸੀਂ ਸਾਰੇ ਆਏ ਹੋ, ਤੁਹਾਡਾ ਧੰਨਵਾਦ ਹੈ। ਤੁਸੀਂ ਲੜਾਈ ਲੜੋ, ਅਸੀਂ ਤੁਹਾਡੇ ਨਾਲ ਆ। ਹਰੇਕ ਨੂੰ ਉਹਦਾ ਹੱਕ ਮਿਲਣਾ ਚਾਹੀਦਾ। ਔਰ ਅੱਜ ਸਾਰੀ ਜਥੇਬੰਦੀ ਜਿੰਨੇ ਵੀ ਤੁਸੀਂ ਭਰਾਵੋ ਇਸ ਲੜਾਈ 'ਚ ਆਪਦਾ ਯੋਗਦਾਨ ਪਾਉਣ ਵਾਸਤੇ ਆਏ ਹੋ, ਦਿਲ ਦੀ ਗਹਿਰਾਈਆਂ 'ਚੋਂ ਜੀ ਆਇਆਂ ਨੂੰ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਾਰਿਆਂ ਨੂੰ ਬੇਨਤੀ ਹੈ ਭਰਾਵਾ, ਤੁਸੀਂ ਅੱਜ ਡਾਂਗਾ ਡੂੰਗਾ ਨਾ ਚੱਕਿਓ, ਤੁਹਾਡੇ ਵੀ ਭਲੇ ਦਾ ਕੰਮ ਹੈ। ਆ ਰਾਹ ਰੂ ਜਾ ਖੋਲ ਦਿਓ, ਨਹੀਂ ਤਾਂ ਆ ਜਿਹੜਾ ਟਰੱਕ ਜਾ ਉਹਨੂੰ ਮੂੰਹ ਕਰ ਦੇਣਾ। ਫਿਰ ਤੁਸੀਂ ਐਵੇਂ ਨਾ ਗੁੱਸਾ ਜਾ ਕਰਿਓ, ਛੱਡ ਦਿਓ ਅੱਜ ਰਾਹ, ਜਾਣ ਦਿਓ ਸਾਨੂੰ। ਤੁਹਾਡੇ ਭਲੇ ਲਈ ਕੁਝ ਲੈ ਕੇ ਆਵਾਂਗੇ ਤਾਂ ਤੁਹਾਨੂੰ ਵੀ ਮੁਲਾਜ਼ਮਾਂ ਨੂੰ ਵੀ ਠੱਗੀ ਜਾਂਦੇ ਹੋ। ਇਸ ਲਈ ਤੁਸੀਂ ਤਾਂ ਹੌਲੀ ਦੇ ਨਹੀਂ ਨਾ ਰਾਹ ਬਣਾ ਦਿਓ, ਫਿਰ ਬਾਅਦ ਚ ਕਹਿ ਦਿਓ ਸਾਨੂੰ ਤਾਂ ਪਤਾ ਨਹੀਂ ਲੱਗਿਆ, ਸਾਹਿਬ ਬਹਾਦਰ ਪਤਾ ਨਹੀਂ ਕਿੱਧਰ ਦੀ ਲੰਘ ਗਏ। ਤੁਹਾਡਾ ਸਰ ਜਾਣਾ, ਅਸੀਂ ਤੁਹਾਡੇ ਨਾਲ ਆ, ਤੁਹਾਡਾ ਭਲਾ ਇੱਧਰ ਹੀ ਹੋਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मैं उचेचे तौर पर धन्यवाद करदा सरदार रंजीत सिंह जी गिल साहब का, सरदार चरणजीत सिंह जी जो राजपुरा तो बराड़ साहब साडे काफला लैके आए हैं। इसी तरह सरदार जगदीप सिंह जी चीमा साहब का, राजू खन्ना जी अमलोह तो, दसी पठाना तो बड़ी गिनती के वर्कर आए हैं। और मोहाली शहर की सारी जथेबंदी का और बाकी आस पास के 4 जिले के सरदार सरजीत सिंह जी रखड़ा साहब, गावड़िया साहब साडे लुधियाने तो खड़े हैं। इस करके समा नहीं दिता जा सकता। रोपड़ तो बहुत बड़ी गिनती के संगत आई है। सारिਆਂ ਦਾ ਤਹਿ ਦਿਲ ਤੋਂ ਧੰਨਵਾਦ। सरदार इकबाल सिंह जी ਝੂਦਾ साहब, एक्स MLA साहब का भी चेचे तौर पर धन्यवाद। यूथ अकाली दल का परमबंस सिंह बंटी रमाना जी का, सारी टीम का और SOI की टीम जी है बहुत बड़ी गिनती के काले झंडे रोस से लैके भी आए हैं। उन्होंने प्रधान साहब रोबन जी तो साथियों का बहुत बहुत धन्यवाद। मैं बेनती करदा
ਸਰਦਾਰ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸਾਹਿਬ ਦਾ, ਲੇਕਿਨ ਮੈਂ ਚੇਚੇ ਤੌਰ ਤੇ ਸਰਦਾਰ ਹਰਿੰਦਰਪਾਲ ਸਿੰਘ ਜੀ ਚੰਦੂ ਮਾਜਰਾ ਸਾਹਿਬ ਸਾਡੇ ਐਮਐਲਏ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਉਹ ਵੀ ਵੱਡੀ ਗਿਣਤੀ ਦੇ ਵਿੱਚ ਸਾਥੀਆਂ ਨੂੰ ਲੈ ਕੇ ਪਹੁੰਚੇ ਆ। ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸਾਹਿਬ ਦਾ, ਮੋਹਾਲੀ ਦੇ ਸਾਡੇ ਪ੍ਰਧਾਨ ਸਾਹਿਬ ਸਰਦਾਰ ਚਰਨਜੀਤ ਸਿੰਘ ਜੀ ਕਾਲੇਵਾਲ ਸਾਹਿਬ, ਅਜਮੇਰ ਸਿੰਘ ਜੀ ਖੇੜਾ ਸਾਹਿਬ ਐਗਜ਼ੈਕਟਿਵ ਮੈਂਬਰ, ਔਰ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਸਾਹਿਬ ਸੰਧੂ ਸਾਹਿਬ ਦਾ ਵੀ ਧੰਨਵਾਦ। ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸਾਹਿਬ। ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਜੀ, ਪੰਜਾਬ ਭਰ ਤੋਂ ਆਏ ਆਪਣੇ ਹੱਕ ਲੈਣ ਲਈ ਕਿਸਾਨ ਵੀਰੋ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਅੰਬ ਸਾਹਿਬ ਦੀ ਮਹਾਨ ਪਵਿੱਤਰ ਧਰਤੀ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਇਹ ਕਾਫਲਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਅਗਵਾਈ ਵਿੱਚ ਅਰਦਾਸ ਕਰਕੇ ਗੁਰੂ ਦਾ ਹੁਕਮ ਲੈ ਕੇ ਤੁਰਿਆ, ਇਹ ਹੁਣ ਬੜੇ ਪੰਜਾਬ ਦੇ ਮੁੱਖ ਮੰਤਰੀ ਨੂੰ ਦੱਸਣ ਲਈ, ਇਹ ਕਹਿਣ ਲਈ ਕਿ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਜਿਹੜੀ ਕੌਡੀਆਂ ਦੇ ਭਾਅ ਲੁੱਟੀ ਜਾ ਰਹੀ ਆ, ਉਹ ਲੁੱਟਣ ਨਹੀਂ ਦੇਣੀ। ਇਹ ਠੀਕ ਆ ਕਿ ਰੋਡ ਸੰਘਰਸ਼ ਕਮੇਟੀ ਵੱਲੋਂ ਉਹਨਾਂ ਦੇ ਆਗੂਆਂ ਨੇ ਜਿਵੇਂ ਦੱਸਿਆ ਕਿ ਕਾਫੀ ਦਿਨਾਂ ਤੋਂ ਇਹ ਸੰਘਰਸ਼ ਲਿਆ ਜਾ ਰਿਹਾ ਸੀ, ਪਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਆਵਾਜ਼ ਆ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਕਿਸੇ ਵਿਅਕਤੀ ਦੇ, ਭਾਵੇਂ ਕੋਈ ਦਲਿਤ ਆ, ਮਜ਼ਦੂਰ ਆ, ਮੁਲਾਜ਼ਮ ਆ, ਵਪਾਰੀ ਆ, ਕਿਸਾਨ ਆ, ਜੇ ਕਿਤੇ ਕੰਡਾ ਵੀ ਚੁਭਦਾ ਤਾਂ ਸਭ ਤੋਂ ਵੱਧ ਪੀੜ ਚੀਜ਼ ਜੇ ਕਿਸੇ ਨੂੰ ਹੁੰਦੀ ਆ ਤਾਂ ਅਕਾਲੀਆਂ ਨੂੰ ਹੁੰਦੀ ਆ। ਅੱਜ ਇਹ ਜ਼ਮੀਨ ਦੇ ਰੇਟ ਜਿਹੜੇ ਦਿੱਤੇ ਗਏ ਨੇ, ਭਾਵੇਂ ਸਾਰਾ ਪੰਜਾਬ ਹਾਹਾਕਾਰ ਕਰ ਰਿਹਾ, ਭਾਵੇਂ ਸਾਰੇ ਪੰਜਾਬ 'ਚ ਤਰਥੱਲੀ ਮਚੀ ਹੋਈ ਆ, ਜਾਂ ਤਰਥੱਲੀ ਕਾਂਗਰਸ ਦੇ ਘਰੇ ਮਚੀ ਹੋਈ ਆ, ਜਾਂ ਪੰਜਾਬ ਦੇ ਕਿਸਾਨਾਂ ਦੇ ਮਚੀ ਹੋਈ ਆ। ਪੰਜਾਬ ਦੇ ਕਿਸਾਨ ਆਪਣੇ ਹੱਕ ਲੈਣ ਲਈ ਭੁੱਖਣ ਭਾਣੇ ਪਿਆਸੇ ਕਈ ਮਹੀਨਿਆਂ ਤੋਂ ਸੜਕਾਂ ਤੇ ਬੈਠੇ ਨੇ। ਸਰਕਾਰਾਂ ਟਸ ਤੋਂ ਮਸ ਨਹੀਂ ਹੋ ਰਹੀਆਂ। ਮੈਂ ਕਹਿ ਸਕਦਾ ਕਿ ਕਿਸਾਨਾਂ ਦੇ ਹਿੱਤਾਂ ਲਈ, ਕਿਸਾਨਾਂ ਦੀ ਆਵਾਜ਼ ਬਣ ਕੇ ਅੱਜ ਜੇ ਕੋਈ ਤੁਰਿਆ ਤਾਂ ਸ਼੍ਰੋਮਣੀ ਅਕਾਲੀ ਦਲ ਤੁਰਿਆ। ਸ਼੍ਰੋਮਣੀ ਅਕਾਲੀ ਦਲ ਨੂੰ ਮਾਣ ਆ ਕਿ ਜੇ ਪੰਜਾਬ ਦੀ ਬਿਜਲੀ ਤੇ ਡਾਕਾ ਪਿਆ, ਪੰਜਾਬ ਦੇ ਪਾਣੀਆਂ ਤੇ ਡਾਕਾ ਪਿਆ, ਪੰਜਾਬੀ ਮਾਂ ਬੋਲੀ ਨਾਲ ਨਿਆਂ ਹੋਇਆ, ਪੰਜਾਬ ਦੇ ਹੱਕ ਜਦੋਂ ਖੋਏ ਗਏ, ਜੇ ਪੰਜਾਬ ਦੀ ਧਰਤੀ ਤੋਂ ਕਿਸੇ ਦੀ ਆਵਾਜ਼ ਉੱਠੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਉੱਠੀ। ਅੱਜ ਵੀ ਮੈਂ ਕਹਿ ਸਕਦਾ ਕਿ ਆਹ ਜਿਹੜਾ ਅਹਿਮਦ ਸ਼ਾਹ ਅਬਦਾਲੀ ਲੁੱਟ ਹੋ ਰਹੀ ਆ, ਹੈਰਾਨੀ ਦੀ ਆ ਰਹਿਣ ਦੋ ਯਾਰ ਇੱਕ ਮਿੰਟ ਪਾਣੀ ਬੈਣ, ਹੈਰਾਨੀ ਦੀ ਗੱਲ ਆ ਕਿ ਬਾਦਲ ਸਾਹਿਬ ਦੇ ਰਾਜ ਤੋਂ ਬਾਅਦ ਅੱਜ ਤੱਕ ਹਰ ਚੀਜ਼ ਦੀ ਕੀਮਤ ਚੌਗਣੀ ਹੋ ਗਈ, 5 ਗੁਣਾ ਹੋ ਗਈ, ਪਰ ਕਿਸਾਨ ਦੇ ਜ਼ਮੀਨ ਦੀ ਕੀਮਤ ਅੱਧੀ ਕਰਤੀ। ਇਹ ਜਿਹੜੀ ਅਬਦਾਲੀ ਲੁੱਟ ਮੈਂ ਕਿਹਾ, ਇਹ ਕੌਡੀਆਂ ਦੇ ਭਾਅ ਲੁਟਾਈ ਜਿਹੜੀ ਹੋ ਰਹੀ ਆ, ਜਿਹੜੀ ਮੈਂ ਗੱਲ ਕਹੀ ਆ, ਇਸ ਕਰਕੇ ਕਹੀ ਆ ਕਿ ਸਰਦਾਰ ਬਾਦਲ ਦੀ ਸਰਕਾਰ ਸਮੇਂ ਕਿਸਾਨਾਂ ਨੂੰ ਮੇਰਾ ਨਹੀਂ ਖਿਆਲ ਕਿਤੇ 1 ਕਰੋੜ ਤੋਂ ਘੱਟ ਕਿਸੇ ਏਕੜ ਦਾ ਮਿਲਿਆ ਹੋਵੇ, ਵੱਧ ਤਾਂ ਬਹੁਤ ਥਾਵਾਂ ਤੇ ਮਿਲਿਆ। ਇਸੇ ਕਰਕੇ ਜਦੋਂ ਸਾਹਿਬ ਵਿਕਰਮ ਸਿੰਘ ਮਜੀਠੀਆ ਜੀ 3 ਕਰੋੜ ਦੀ ਗੱਲ ਕਰਦੇ ਸੀ, ਕਈ ਮੇਰੇ ਕੰਨ 'ਚ ਕਹਿ ਰਹੇ ਸੀ ਵੀ ਮਿਲ ਵੀ ਜਾਊਗਾ। ਮੈਂ ਕਿਹਾ ਅਕਾਲੀਆਂ ਨੇ ਜੋ ਕਿਹਾ ਉਹ ਕੀਤਾ, ਔਰ ਜੋ ਕਹਾਂਗੇ ਉਹ ਕਰਾਂਗੇ। 3 ਕਰੋੜ ਕਹਿਣ ਦੇ ਪਿੱਛੇ ਲੌਜਿਕ ਹੈ, ਦਲੀਲ ਹੈ ਕਿ ਅੱਜ ਦੇਖ ਲਓ ਬਾਦਲ ਸਾਹਿਬ ਦੇ ਸਮੇਂ ਦੇ ਰੇਟ ਕਿੰਨੇ ਵਧੇ ਨੇ। ਹਰ ਚੀਜ਼ ਦਾ, ਕੱਪੜਾ ਮਹਿੰਗਾ, ਦਵਾਈਆਂ ਮਹਿੰਗੀਆਂ, ਇੱਟਾਂ ਸੀਮਿੰਟ, ਹਰ ਚੀਜ਼ ਮਹਿੰਗੀ। ਜੇ ਉਹ 4 5 ਗੁਣਾ ਵੱਧ ਸਕਦੀਆਂ ਤਾਂ ਕੀ ਜ਼ਮੀਨ ਦੇ ਰੇਟ ਨਹੀਂ ਵੱਧ ਸਕਦੇ? ਔਰ ਵੱਡੀ ਹੈਰਾਨੀ ਦੀ ਗੱਲ ਇਹ ਆ,
ਆ ਜਿਹੜੀ ਭਾਰਤਮਾਲਾ ਪ੍ਰੋਜੈਕਟ ਆ, ਜਿਹਦੇ ਤਹਿਤ ਕਾਰਪੋਰੇਟ ਘਰਾਣਿਆਂ ਨੂੰ, ਮੈਂ ਅਕਸਰ ਕਹਿਣਾ, ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਖੇਤੀ ਸੰਬੰਧੀ ਬਣਾਏ ਕਾਲੇ ਕਾਨੂੰਨਾਂ ਤੋਂ ਵੀ ਵੱਧ ਜੇ ਕੋਈ ਲੁੱਟ ਤੇ ਖਤਰਨਾਕ ਫੈਸਲਾ ਹੈ, ਇਹ ਹੈ ਕਿ ਜ਼ਮੀਨਾਂ ਸਸਤੇ ਭਾਅ ਅਕਵਾਇਰ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਸੁਖਾਲਾ ਕਰਨ ਲਈ, ਉਹਨਾਂ ਦਾ ਤੇਲ ਘੱਟ ਮਚੇ, ਉਹਨਾਂ ਦਾ ਸਮਾਂ ਘੱਟ ਲੱਗੇ, ਸਿੱਧੇ ਰਸਤੇ ਬਣਾਉਣ ਦੀ ਗੱਲ ਤੋਰ ਲਈ। ਪੰਜਾਬ ਨੂੰ ਤਾਂ ਮੇਰਾ ਖਿਆਲ ਹੈ ਕਿਸੇ ਇੱਕ ਸੜਕ ਦੀ ਵੀ ਲੋੜ ਨਹੀਂ ਸੀ, ਪਰ ਜੇ ਲੋੜ ਆ ਤਾਂ ਘੱਟੋ ਘੱਟ ਮਾਲਕ ਨੂੰ ਮੁਆਵਜ਼ਾ ਤਾਂ ਉਹਦਾ ਮਿਲੇ। ਸੋ ਮੁਆਵਜ਼ਾ ਨਾ ਮਿਲ ਕਰਕੇ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਕਿ ਪੰਜਾਬ ਦਾ ਮਾਹੌਲ ਬਦਲ ਰਿਹਾ, ਵਾਤਾਵਰਨ ਬਦਲ ਰਿਹਾ। ਸਾਡੇ ਵਿਰੋਧੀਆਂ ਦੇ ਘਰੇ ਤਾਂ ਹੁਣ ਸੋਗ ਪਿਆ ਵਾ, ਵਿਰੋਧੀਆਂ ਦੇ ਘਰੇ ਤਾਂ ਉਹਨਾਂ ਨੂੰ ਬੰਦਾ ਨਹੀਂ ਲੱਭਦਾ ਕਿ ਕਿਹੜਾ ਆਗੂ ਹੋਏਗਾ। ਸੋ ਅੱਜ ਆਉਣ ਵਾਲਾ ਭਵਿੱਖ ਜੇ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਹੈ, ਔਰ ਕਾਂਗਰਸ ਦਾ ਭਵਿੱਖ ਉਹ ਜਿਹੜੇ ਦਿੱਲੀ ਤੋਂ ਆਏ ਤੁਰੇ ਫਿਰਦੇ ਸੀ, ਉਹਨਾਂ ਨੂੰ ਤਾਂ ਲੁੱਟ ਲਿਆ ਚੰਨੀ ਨੇ, ਤੇ ਚੰਨੀ ਨੂੰ ਲੁੱਟ ਲਿਆ ਨਵਜੋਤ ਸਿੱਧੂ ਨੇ, ਤੇ ਕੰਮ ਫਿਰ ਆਪਣਾ ਬਣ ਗਿਆ। ਤੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਏਗੀ ਤੇ ਜਿਹੜਾ ਵਾਅਦਾ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ ਅੱਜ ਅਕਾਲੀ ਦਲ ਐਲਾਨ ਕਰਕੇ ਚੱਲਿਆ, 3 ਕਰੋੜ ਤੋਂ 1 ਰੁਪਈਆ ਘੱਟ ਨਹੀਂ ਦੇਣ ਦੇਵਾਂਗੇ, ਪੂਰਾ ਪੈਸਾ ਲੈ ਕੇ ਦੇਵਾਂਗੇ। ਬਸ ਇੱਕ ਵਾਰੀ ਹੱਥ ਪਵਾ ਦਿਓ ਗਿੱਚੀ ਨੂੰ। ਆ ਜਿਨ੍ਹਾਂ ਨੇ ਲੁੱਟਿਆ ਨਾ, ਆ ਬਲਵੀਰ ਸਿੱਧੂ ਜਿਹੜਾ ਅੱਖਾਂ 'ਚ ਅੱਥਰੂ ਲਿਆ ਕੇ ਖੇਖਣ ਕਰਦਾ ਵੀ ਮੇਰਾ ਕਸੂਰ ਕੀ ਆ, ਤੇਰਾ ਕਸੂਰ ਪੁੱਤ ਦੱਸਾਂਗੇ, ਤੂੰ ਨਸ਼ੇ ਦੀਆਂ ਗੋਲੀਆਂ ਵੀ ਵੇਚ ਗਿਆ, ਤੂੰ ਸਰਕਾਰੀ ਜ਼ਮੀਨਾਂ ਵੀ ਵੇਚ ਗਿਆ, ਜੇ ਤੂੰ ਕਹਿੰਦਾ ਮੇਰਾ ਕਸੂਰ ਦੱਸੋ ਕੀ ਆ। ਸੋ ਇਹ ਕਸੂਰ ਅਕਾਲੀ ਸਰਕਾਰ ਵਿੱਚ ਦੱਸਿਆ ਜਾਊਗਾ ਕਿਹਦਾ ਕੀ ਕਸੂਰ ਆ। ਤੇ ਅੱਜ ਤਾਂ ਅਸੀਂ ਹੱਕ ਲੈਣ ਲਈ ਆਏ ਆ, ਤੇ ਹੱਕ ਲੈਣ ਲਈ ਅਸੀਂ ਘਰਾਂ ਤੋਂ ਟਰੈਕਟਰ, ਟਰਾਲੀਆਂ, ਜਿੱਪਾਂ, ਕਾਰਾਂ ਦੇ ਵਿੱਚ ਤੁਰ ਕੇ ਆਏ ਆ। ਮੈਂ ਧੰਨਵਾਦ ਵੀ ਕਰਦਾ ਸਾਰਿਆਂ ਦਾ, ਔਰ ਮੈਂ ਕੇਵਲ 2 ਨਾਅਰੇ ਲਾਉਣੇ ਆ, ਭਾਸ਼ਣ ਦਾ ਅੱਜ ਕੱਲ ਘੱਟ ਆ, ਕੇਵਲ ਨਾਅਰੇ ਲਾਉਣੇ ਆ, ਤੇ ਨਾਅਰਿਆਂ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਨੀ ਆ, ਆਪਣਾ ਜਜ਼ਬਾ ਦੱਸਣਾ। ਔਰ ਮੈਂ ਨਾਅਰਾ ਲਾਉਣਾ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਦਾ, ਫਿਰ ਆ ਜਿਹੜੇ ਲੁੱਟ ਹੋਈ ਆ ਅਬਦਾਲੀ ਲੁੱਟ, ਇਹਦੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ। ਉਹ ਜਿਹੜੇ ਟਰੈਕਟਰ ਦੇ ਛਾਂ 'ਚ ਖੜੇ ਆ ਵੀਰੋ, ਤੁਹਾਡੇ ਹੱਥ ਦੇਖਣਾ ਮੈਂ ਚਾਹੁੰਦਾ, ਉਹ ਦੂਰ ਦਰੇਡੇ ਤੱਕ। ਮਜੀਠੀਆ ਸਾਹਿਬ ਕਹਿੰਦੇ ਜਿਹੜਾ ਨਾਰਾ ਨਹੀਂ ਲਾ ਸਕਦਾ ਹਾਰ ਨਹੀਂ ਵਜਾ ਦੋ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ। ਮੈਂ ਕਹਿਣਾ ਕਿਸਾਨਾਂ ਦੀ ਲੁੱਟ ਹੋਣ ਨਹੀਂ ਦੇਣੀ, ਤੁਸੀਂ ਕਹਿਣਾ ਹੋਣ ਨਹੀਂ ਦੇਣੀ, ਹੋਣ ਨਹੀਂ ਦੇਣੀ। ਕਿਸਾਨਾਂ ਦੀ ਲੁੱਟ ਹੋਣ ਨਹੀਂ ਦੇਣੀ, ਕਿਸਾਨਾਂ ਦੀ ਲੁੱਟ ਹੋਣ ਨਹੀਂ ਦੇਣੀ। ਮਜੀਠਾ ਸਾਹਿਬ ਦਾ ਕਹਿੰਦੇ ਬੈਰੀਕੇਡ ਤੋੜ ਕੇ ਅੱਜੇ ਕੰਮ ਕਰ ਦੋ, ਪਰ ਮੈਂ ਚਾਹੁੰਦਾ ਕਿ ਨਵੇਂ ਬਣੇ ਅਜੇ ਤਾਂ ਕੁਰਸੀ ਤੇ ਵੀ ਨਹੀਂ ਬੈਠੇ, ਅਜੇ ਆਪਾਂ ਜੋ ਅਕਾਲੀਆਂ ਦਾ ਸਿਸਟਮ ਆ ਉਵੇਂ ਚੱਲੀਏ। ਤੇ ਮੈਂ ਇੱਕ ਵੈਸੇ ਸੁਨੇਹਾ ਜ਼ਰੂਰ ਦੇ ਦਿੰਦੇ ਆ, ਨਾਰੇ ਰਾਹੀਂ ਸੁਨੇਹਾ ਹੋਏਗਾ। ਮੈਂ ਕਹਿਣਾ ਮੰਗ ਕੇ ਦੇਖ ਲਿਆ, ਫਿਰ ਤੁਸੀਂ ਕਿਹਾ ਜ਼ੋਰ ਜਮਾ ਕੇ ਦੇਖਾਂਗੇ। ਮੰਗ ਕੇ ਦੇਖ ਲਿਆ, ਮੰਗ ਕੇ ਦੇਖ ਲਿਆ। ਸ਼੍ਰੋਮਣੀ ਅਕਾਲੀ ਦਲ, ਰੋਸ ਸੰਘਰਸ਼ ਕਮੇਟੀ, ਬੋਲੇ ਸੋ ਨਿਹਾਲ। ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਸਰਦਾਰ ਗੁਰਚਰਨ ਸਿੰਘ ਜੀ ਗਰੇਵਾਲ ਸਾਹਿਬ ਜਗਰਾਉਂ ਤੋਂ, ਸਾਡੇ ਪ੍ਰਧਾਨ ਸਾਹਿਬ ਦਾ, ਸਾਡੇ ਸਰਦਾਰ ਸਹਾਨ ਮਾਜਰਾ ਸਾਹਿਬ ਲੁਧਿਆਣਾ ਦਿਹਾਤੀ ਤੋਂ ਪ੍ਰਧਾਨ ਸਾਹਿਬ, ਸਰਦਾਰ ਦਰਸ਼ਨ ਸਿੰਘ ਸ਼ਿਵਾਲਿਕ ਜੀ ਸਾਡੇ ਸਾਬਕਾ ਐਮਐਲਏ ਸਾਹਿਬ, ਇਆਲੀ ਸਾਹਿਬ ਮਨਪ੍ਰੀਤ ਸਿੰਘ ਇਆਲੀ ਜੀ ਸਾਡੇ ਐਮਐਲਏ ਸਾਹਿਬ, ਤੇ ਹੋਰ ਵੀ ਮੈਂ ਦੇਖ ਰਿਹਾ ਬੜੀ ਵੱਡੀ ਗਿਣਤੀ ਦੇ ਵਿੱਚ ਸੀਨੀਅਰ ਲੀਡਰਸ਼ਿਪ ਹਾਜ਼ਰ ਹੈ। ਸਾਰਿਆਂ ਦਾ ਧੰਨਵਾਦ। ਇਸ ਤੋਂ ਪਹਿਲਾਂ ਪ੍ਰਧਾਨ ਸਾਹਿਬ ਤੁਹਾਨੂੰ ਸੰਬੋਧਨ ਕਰਨ, ਮਜੀਠਾ ਸਾਹਿਬ ਕੋਈ ਉਹਨਾਂ ਦੇ ਮਨ ਦੀ ਗੱਲ ਰਹਿ ਗਈ ਆ, ਇੱਕ ਗੱਲ ਉਹ ਸਾਂਝੀ ਕਰਨਗੇ, ਹਾਲੇ ਮਨ ਕੀ ਬਾਤ ਰਹਿੰਦੀ ਸੀ, ਉਹ ਹੁਣ ਸਾਂਝੀ ਕਰਨਗੇ। ਹਾਲ ਸਾਹਿਬ 2 ਬੇਨਤੀਆਂ ਨੇ, ਇਹਨਾਂ ਨੂੰ ਤਾਂ ਨਹੀਂ ਹੁਕਮਰਾਨ ਨੂੰ ਸਮਝ ਆਉਂਦੀ ਹੈ ਤਾਂ ਕੁਰਸੀ ਬਚਾਉਣ ਤੇ ਲੱਗੇ। ਜੇ ਅੱਜ 75,000 ਕਰੋੜ ਪੰਜਾਬ ਦੀ ਇਕਾਨਮੀ 'ਚ ਆਊਗਾ ਤੇ ਤੁਸੀਂ ਇਹ ਵੇਖੋ ਕਿ ਪੰਜਾਬ ਦੀ ਇਕਾਨਮੀ ਦਾ ਕਿੱਡਾ ਵੱਡਾ ਫਾਇਦਾ ਹੋਊਗਾ, ਮਗਰ ਇਹਨਾਂ ਨੂੰ ਨਹੀਂ ਸਮਝ ਆਉਂਦੀ। ਦੂਜੀ, ਮੈਂ ਆਪਦੇ ਆ ਫਾਇਰ ਬ੍ਰਿਗੇਡ ਲੱਗੀ ਆ ਚੰਦੂ ਮਾਜਰਾ ਸਾਹਿਬ,
ਅੱਗ ਤਾਂ ਲੱਗੀ ਆ ਕਾਂਗਰਸ ਦੇ ਦਫ਼ਤਰ ਤੇ ਖੜਾਰਤੀ ਇੱਥੇ। ਇਹ ਤਾਂ ਤੁਹਾਨੂੰ ਨਹੀਂ ਤਾਂ ਸਾਨੂੰ ਦੇ ਦਿਓ ਭਰਾਵਾ, ਅਸੀਂ ਅੱਗ ਬੁਝਾ ਦਿਆਂਗੇ, ਨਹੀਂ ਤਾਂ ਉੱਥੇ ਭਾਂਬੜ ਮੱਚ ਜਾਣਾ ਤੇ ਜ਼ਿੰਮੇਵਾਰ ਫੇਰ ਅਖੀਰ 'ਚ ਪੁਲਿਸ ਹੋ ਜਾਣੀ ਹੈ। ਤੇ ਦੂਜੀ ਗੱਲ ਮੈਂ ਦੱਸਾਂ, ਇੰਨੀ ਫੋਰਸ ਇੱਥੇ ਸਾਡੇ ਤੇ ਲਾ ਛੱਡੀ, ਅਸੀਂ ਕਿੱਧਰ ਜਾਣਾ? ਅਸੀਂ ਤਾਂ ਇੱਥੇ ਹੀ ਇੱਕ ਦੂਜੇ ਨਾਲ ਰਲੇ। ਜਿਹੜਾ ਭੱਜ ਚੱਲਿਆ ਠੋਕੋ ਤਾਲੀ, ਉਹਨੂੰ ਘੇਰਾ ਪਾਓ, ਨਹੀਂ ਤਾਂ ਬਚੂ ਕੀ? ਨਹੀਂ ਤਾਂ ਫੇਰ ਤੁਹਾਨੂੰ ਮੁੰਨੀ ਦਾ ਖੇਡ ਵੇਖਣਾ ਪੈਣਾ। ਇਸ ਲਈ ਭਰਾਵਾ ਕਿਉਂ ਗਲਤ ਥਾਂ ਤੇ ਪਹਿਰਾ ਲਾਈ ਖਲੋਤੇ ਹੋ? ਪਿੰਡ ਪਹਿਰਾ ਲਾਉਣਾ ਤੇ ਠੋਕੋ ਤਾਲੀ ਤੇ ਲਾਓ, ਨਹੀਂ ਤਾਂ ਭੱਜ ਚੱਲੀ। ਉਹ ਗਈ ਉਹਦਾ ਪਹਿਲਾਂ ਤਾਂ ਵੀ ਉਹਨੇ ਕੀ ਸੁਣਾਉਣਾ ਬਾਲ ਸਾਹਿਬ, ਉਹਨੇ 4 ਥਾਈਂ ਤਾਂ ਸੁਣਾਤਾ। ਸੋਨੀਆ ਗਾਂਧੀ ਲਈ ਸੁਣਾਤਾ, ਚਲੋ ਮੈਂ ਤਾਂ ਸੋਨੀਆ ਗਾਂਧੀ ਕਹਿੰਦਾ, ਉਹ ਭਾਵੇਂ ਮੁੰਨੀ ਕਹਿੰਦਾ, ਮੈਂ ਨਹੀਂ ਕਹਿੰਦਾ ਇਹ ਗੱਲ, ਮੈਂ ਨਹੀਂ ਸਹਿਮਤ ਇਹ ਗੱਲ। ਰਾਹੁਲ ਗਾਂਧੀ, ਮੈਂ ਤਾਂ ਰਾਹੁਲ ਗਾਂਧੀ ਕਹਿੰਦਾ, ਉਹ ਕਹਿੰਦਾ ਪੱਪੂ। फिर मोदी बारे ते फिर और दूजिया बारे फिर की कहना आकाश की कोई सीमा नहीं, पृथ्वी का कोई तोल नहीं, साधु की कोई जात नहीं। हुण कल्ला मोदी ते सोनिया दा नाम बदल के कहना केजरीवाल दा कोई तोल नहीं, कोई मोल नहीं। इसलिए इहदा कोई पता नहीं। जान आपदी बचा लो ते लोकां दी बचा लो। मूंह ਉਹਨੂੰ ਪਟਿਆਲੇ ਲੈ ਜਾਓ ਭਾਈ, ਐਸਪੀ ਸਾਹਿਬ ਐਸਐਸਪੀ ਸਾਹਿਬ ਮਾੜਾ ਜਿਹਾ ਬਿਠਾਓ, ਅਸੀਂ ਵੀ ਤੁਹਾਡੇ ਨਾਲ ਚੱਲਾਂਗੇ, ਫੜ ਕੇ ਰੱਖਾਂਗੇ ਕੋਈ ਨਾ, ਜਿੰਨਾ ਚਿਰ ਕਾਂਗਰਸ ਨੂੰ ਪਸੰਦ ਆਊਗਾ। हम इस तो पहला परमात्मा ने कृपा करती, हम प्रधान साहब ने बोलना तो उत्ते कुदरत की मेहरबान हुई है, सारे ने सुनना। वैसे अज असीं बीबियां नूं खिचण नहीं सी दित्ती, पर मैं अपने मोहाली तो माता जी का धन्यवाद करदा कि सत श्री अकाल कि वो चेचे तौर पर पहुंचे आ। एक जकारा हुण लाउणा, पहला तो श्रोमणी अकाली दल का, फिर किसानों के हक च अखीर ते जकारा लगेगा। हुण जे लीडरशिप ने फैसला करना है कि अगला की करना है, पर घट्टो घट इत्थे खड़ियां दी फिर आवाज मुख्य मंत्री के दफ्तर तक जिहड़ी है वो जरूर जानी चाहिए है। सारे गज वध के जवाब देना, श्रोमणी अकाली दल, और पिछे वाले भी जरा हाथ खड़े करके हुण पूरी आवाज जानी चाहिए है। झंडे सारे फड़ लो, श्रोमणी अकाली दल, किसान मजदूर एकता, किसान मजदूर एकता, धक्काशाही नहीं चलेगी, धक्काशाही नहीं चलेगी। सरदार सुखबीर सिंह बादल जिंदाबाद, सरदार प्रकाश सिंह बादल जिंदाबाद, सरदार सुखबीर सिंह जी बादल साहब। गुरु प्यारी साध संगत जी, गज के फतेह बुलाओ। वाहिगुरु जी का खालसा, वाहिगुरु जी की फतेह। लगातार पिछले 7-8 महीने तो जिहड़ी जमीन एक्वायर की गई है, वो संघर्ष कमेटी जिहड़ी जमीन की बनी है, एक्वायर ना होए ते मुआवजा चंगा मिले, वो लगातार वो कमेटी ने संघर्ष किया। उन्होंने लगातार कोशिश की, मुख्यमंत्री उदों कैप्टन सी मिलने दी, उहदे शहर पटियाले लगातार धरने दिते, एक बार भी कैप्टन मुख्यमंत्री सी नहीं मिलिया, सरकार दे नुमाइंदे कोई नहीं मिले। मिलना की सी, इन्हां ते पर्चे दिते गए, इन्हां ते डांगा वरसाई गई। किसान अपना हक मंग रहे हैं, अपनी जमीन की जायज कीमत मंग रहे हैं। किसान वास्ते जमीन अपनी जान है, जे उन्होंने देनी पे घट तो घट मुआवजा इन्ना मिल जाए कि अपनी नवी जिंदगी शुरू कर सके। साहब प्रकाश सिंह बादल मुख्यमंत्री रहे, जो भी जमीन एक्वायर करनी पई, भावें थर्मल प्लांट वास्ते, भावें कोई सड़क वास्ते, भावें कोई एयरपोर्ट वास्ते,
ਜੇ ਭਾਅ ਉੱਥੇ ਕੋਈ 20 ਲੱਖ ਸੀ, ਘੱਟ ਤੋਂ ਘੱਟ 2 ਕਰੋੜ ਰੁਪਇਆ ਦਿੱਤਾ। ਤੁਸੀਂ ਜਾਣਦੇ ਹੋ ਜਿਹਦਾ ਸਾਲ ਬਾਦਲ ਸਾਹਿਬ ਮੁੱਖ ਮੰਤਰੀ ਰਹੇ, ਇੱਕ ਵੀ ਜ਼ਮੀਨ ਦੇ ਪ੍ਰਤੀ ਕੋਈ ਧਰਨਾ ਨਹੀਂ ਲੱਗਿਆ, ਕਿਉਂਕਿ ਸਾਹ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਜਾਣਦੀ ਹੈ ਕਿ ਜ਼ਮੀਨ ਦਾ ਕੀ ਮਤਲਬ ਹੈ, ਜਾਣਦੀ ਹੈ ਕਿ ਕਿਸਾਨ ਵਾਸਤੇ, ਗਰੀਬ ਵਾਸਤੇ, ਮਜ਼ਦੂਰ ਵਾਸਤੇ ਆ ਜ਼ਮੀਨ ਦਾ ਕੀ ਮਤਲਬ ਹੈ। ਸਾਰਾ ਕੁਝ ਹੀ ਜ਼ਮੀਨ ਇੱਕ ਪਰਿਵਾਰ ਵਾਸਤੇ ਹੈ। ਜੇ ਸੰਘਰਸ਼ ਕਰ ਰਹੇ ਹੈ, ਇਹਦਾ ਮਤਲਬ ਪੰਜਾਬ ਦੀ ਸਰਕਾਰ ਉਹਨਾਂ ਨੂੰ ਕੁਝ ਦੇ ਹੀ ਨਹੀਂ ਰਹੀ। ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਮੈਂ ਬੁਲਾਇਆ, ਉਹਨਾਂ ਨਾਲ ਮੀਟਿੰਗ ਕੀਤੀ, ਉਹਨਾਂ ਨੇ ਮੈਨੂੰ ਦੱਸਿਆ ਕਿਵੇਂ ਜਿੱਥੇ 2 ਲੱਖ ਕਰੋੜ ਰੁਪਇਆ ਭਾਅ, ਉੱਥੇ 40 ਲੱਖ ਰੁਪਇਆ, 35 ਲੱਖ ਰੁਪਇਆ ਦੇ ਰਹੇ ਆ। ਜਿਹੜੇ ਐਸਡੀਐਮਾਂ ਨੂੰ ਪੈਸਾ ਦੇ ਦਿੰਦੇ, ਉਹਨਾਂ ਦੀ ਜ਼ਮੀਨ ਨੂੰ ਭਾਅ ਵਧਾ ਦਿੰਦੇ, ਜਿਹੜੇ ਕਾਂਗਰਸ ਦੇ ਐਮਐਲਏ ਨੂੰ ਪੈਸਾ ਦੇ ਦਿੰਦੇ, ਉਨੀ ਉਹਨਾਂ ਦੇ ਰੇਟ ਵਧਾ ਦਿੰਦੇ, ਦੂਜਿਆਂ ਦੇ ਛੱਡ ਦਿੰਦੇ। ਜਿੰਨੇ ਵੀ ਜ਼ਮੀਨ ਅਕਵਾਇਰ ਹੋਈ ਹੈ, 25,000 ਏਕੜ ਜ਼ਮੀਨ ਅਕਵਾਇਰ ਹੋ ਰਹੀ ਹੈ। ਜਿਵੇਂ ਮੈਥੋਂ ਪਹਿਲੇ ਬੁਲਾਰੇ ਨੇ ਦੱਸਿਆ ਕਿ 75,000 ਏਕੜ ਹੋਰ ਉਹਦਾ ਅਸਰ ਪੈਣਾ, ਕਿਉਂਕਿ ਖੇਤ ਵੰਡੇ ਜਾਣੇ ਆ, ਪਾਣੀ ਦੀਆਂ ਪਾਈਪਾਂ ਵੰਡੀਆਂ ਜਾਣੀਆਂ, ਕੱਸੀਆਂ ਰੁਕ ਜਾਣੀਆਂ, ਖਾਲੇ ਟੁੱਟ ਜਾਣੇ ਆ, ਵਿਚਾਰਿਆਂ ਦੇ ਟਿਊਬਲ ਇੱਕ ਪਾਸੇ ਲੱਗੇ, ਦੂਜੇ ਪਾਸੇ ਪਾਣੀ ਨਹੀਂ ਜਾਣਾ। ਪਰ ਕਿਉਂਕਿ ਆ ਸਰਕਾਰ ਦੇ ਦਿਲ 'ਚ ਕੋਈ ਦਰਦ ਨਹੀਂ, ਕੋਈ ਹਮਦਰਦੀ ਨਹੀਂ, ਕੋਈ ਪਤਾ ਨਹੀਂ, ਕੋਈ ਪਰਵਾਹ ਨਹੀਂ। ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਜਦੋਂ ਜ਼ਮੀਨ ਅਕਵਾਇਰ ਕਰਦੇ ਸੀ, ਪੂਰਾ ਮੁਆਵਜ਼ਾ ਤਾਂ ਦਿੰਦੇ ਸੀ। ਜੇ ਕਿਸਾਨ ਨੇ ਉਸ ਪੈਸੇ ਦੀ ਕੋਈ ਹੋਰ ਜ਼ਮੀਨ ਲੈਣੀ ਹੈ, ਉੱਥੇ ਰਜਿਸਟਰੀ ਵੀ ਮਾਫ ਸੀ, ਰਜਿਸਟਰੀ ਵੀ ਮਾਫ ਸੀ, ਤੇ ਹਰ ਪਰਿਵਾਰ ਨੂੰ ਇੱਕ ਨਵਾਂ ਟਿਊਬਵੈਲ ਵੀ ਮੁਫਤ ਦਿੰਦੇ ਸੀ। ਜਿਹੜਾ ਇੱਥੋਂ ਕਾਂਗਰਸ ਸਰਕਾਰ ਨੂੰ ਕੋਈ ਫਿਕਰ ਨਹੀਂ, ਕੋਈ ਪਰਵਾਹ ਨਹੀਂ। ਆ ਜਿਹੜੀ ਕਾਂਗਰਸ ਸਰਕਾਰ ਤਾਂ ਕੱਲੀ ਲੜਨ ਤੇ ਇੱਕ ਦੂਜੇ ਦੇ ਕੁਰਸੀ ਦੀ ਲੜਾਈ ਤੇ ਲੜ ਰਹੇ, ਲੁੱਟ ਦੀ ਲੜਾਈ ਤੇ ਲੜ ਰਹੇ। ਮੇਰੇ ਕੋਲ ਸੰਘਰਸ਼ ਕਮੇਟੀ ਵਾਲੇ ਆਏ, ਮੈਂ ਕਿਹਾ ਤੁਹਾਡੇ ਨਾਲ ਬਹੁਤ ਵੱਡੀ ਬੇਇਨਸਾਫੀ ਹੋ ਰਹੀ ਹੈ। ਘੱਟ ਤੋਂ ਘੱਟ 50,000 ਕਰੋੜ ਰੁਪਇਆ ਵੱਧ ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੇ ਕਿਸਾਨਾਂ ਜੇਬਾਂ ਜਾ ਸਕਦਾ ਸੀ, ਜਿਹੜੀ ਆ ਕਾਂਗਰਸ ਦੀ ਸਰਕਾਰ ਨਹੀਂ ਆਉਣ ਦੇ ਰਹੀ। ਪਰ ਮੈਂ ਇਹਨਾਂ ਨੂੰ ਬੇਨਤੀ ਕੀਤੀ, ਔਖੇ ਸੌਖੇ ਐਕੁਜੀਸ਼ਨ ਦਾ ਕੰਮ 6 ਮਹੀਨੇ ਟਪਾ ਦਿਓ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਜਾਊਗੀ, ਵਾਅਦਾ ਕਰਦੇ ਆ ਤੁਹਾਨੂੰ ਇਹ ਜਿਹਾ ਰੇਟ ਦੇਵਾਂਗੇ ਜਿਵੇਂ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਦਿੰਦੇ ਹੁੰਦੇ ਸੀ। ਉਦੋਂ ਜਿਵੇਂ ਮਜੀਠੀਆ ਸਾਹਿਬ ਨੇ ਕਿਹਾ, ਜੇ ਕਿਸੇ ਦੀ ਜ਼ਮੀਨ ਅਕਵਾਇਰ ਵੀ ਨਹੀਂ ਹੁੰਦੀ ਸੀ, ਆਂਢੀ ਗੁਆਂਢੀ ਵਾਲੇ ਕਹਿੰਦੇ ਸਾਡੀ ਵੀ ਜ਼ਮੀਨ ਪਾ ਦਿਓ, ਇਹ ਜਿਹੇ ਰੇਟ ਦਿੰਦੇ ਸੀ, ਕਿਉਂਕਿ ਸਾਨੂੰ ਪਤਾ ਹੈ ਭਾਵੇਂ ਕਿ ਜ਼ਮੀਨਦਾਰ ਨੂੰ ਵੱਧ ਰੇਟ ਦੇ ਦਿਓ, ਉਹਦਾ ਨੁਕਸਾਨ ਸਰਕਾਰ ਨੂੰ ਨਹੀਂ, ਫਾਇਦਾ ਹੀ ਸਰਕਾਰ ਨੂੰ ਹੈ, ਕਿਉਂਕਿ ਉਸ ਜ਼ਿਮੀਂਦਾਰ ਨੇ ਆਪਣੇ ਕੋਲ ਤਾਂ ਰੱਖਣਾ ਨਹੀਂ ਪੈਸਾ, ਉਹਨੇ ਅੱਗੇ ਜ਼ਮੀਨ ਵਧਾਉਣੀ ਹੈ, ਇਕਨੋਮੀ ਨੂੰ ਹੋਰ ਅੱਗੇ ਲੈ ਕੇ ਜਾਣਾ ਹੈ, ਆਪਣੀ ਇਕਨੋਮੀ ਨੂੰ ਹੋਰ ਤੇਜ਼ ਕਰਨਾ ਹੈ। ਪਰ ਆ ਜਿਹੜੀ ਗੱਲਾਂ ਤਾਂ ਸੋਚਦੀ ਨਹੀਂ ਪੰਜਾਬ ਸਰਕਾਰ, ਇਹਨਾਂ ਨੂੰ ਕੋਈ ਸੋਚ ਨਹੀਂ ਹੈ, ਕੋਈ ਪਰਵਾਹ ਨਹੀਂ ਹੈ। ਅੱਜ ਕੋਈ ਪੰਜਾਬ ਸਰਕਾਰ ਹੈ? ਕੋਈ ਸਰਕਾਰ ਨਹੀਂ ਹੈ। ਲੜਾਈ ਅੱਜ ਪੰਜਾਬ ਦੀ ਮੁੱਖ ਮੰਤਰੀ ਦੀ ਹੈ। ਮੁੱਖ ਮੰਤਰੀ ਕੋਈ ਬਣਨਾ ਚਾਹੁੰਦਾ ਸੀ, ਬਣ ਕੌਣ ਗਿਆ? ਕੋਈ ਚਾਹੁੰਦਾ ਸੀ ਕਿ ਮੇਰੀ ਕਠਪੁਤਲੀ ਮੁੱਖ ਮੰਤਰੀ ਬਣੇ, ਪਰ ਜੇ ਉਹਦੀ ਗੱਲ ਨਾ ਸੁਣੇ, ਅਸਤੀਫਾ ਚੱਕ ਕੇ ਮਾਰੋ। ਪੰਜਾਬ ਬਾਰਡਰ ਦਾ ਸੂਬਾ ਹੈ, ਇੱਥੇ ਤਗੜਾ ਮੁੱਖ ਮੰਤਰੀ ਚਾਹੀਦਾ ਹੈ, ਇਮਾਨਦਾਰ ਮੁੱਖ ਮੰਤਰੀ ਚਾਹੀਦਾ ਹੈ, ਜਿਹਦਾ ਵਿਜ਼ਨ ਹੋਏ, ਜਿਹਦਾ ਪਲਾਨ ਹੋਏ, ਜਿਹੜਾ ਪੰਜਾਬ ਨੂੰ ਇਕੱਠਾ ਕਰ ਸਕੇ, ਜਿਹੜਾ ਅਮਨ ਸ਼ਾਂਤੀ ਰੱਖ ਸਕੇ, ਪੰਜਾਬ ਵਿੱਚ ਭਾਈਚਾਰਕ ਸਾਂਝ ਰੱਖੇ। ਕੋਈ ਭਾਈਚਾਰੇ ਨੂੰ ਵੰਡਣ ਵਾਲਾ ਮੁੱਖ ਮੰਤਰੀ ਨਹੀਂ ਚਾਹੀਦਾ। ਭਰਾਵਾਂ ਵਿੱਚ ਲੜਾਈ ਪਾਉਣ ਵਾਲਾ ਮੁੱਖ ਮੰਤਰੀ ਨਹੀਂ ਚਾਹੀਦਾ। ਜੈ ਜੀ ਸੋਚ ਲੈ ਕੇ ਅੱਜ ਕਾਂਗਰਸ ਚੱਲੀ ਹੈ। ਅੱਜ ਕਾਂਗਰਸ ਦਾ ਕੋਈ ਮੁੱਖ ਮੰਤਰੀ ਹੈ, ਅਗਲੇ 3 ਮਹੀਨੇ ਹੋਰ ਉਹਨਾਂ ਦੇ ਮਨ 'ਚ ਹੈ। ਗਾਂਧੀ ਪਰਿਵਾਰ ਦੇ ਦਰਬਾਰ ਦੇ ਕੋਲੇ ਬੈਠੇ ਹੈ ਕਿ ਸਾਨੂੰ ਮੰਤਰੀ ਬਣਾ ਦਿਓ। ਅੱਜ ਚੰਨੀ ਮੁੱਖ ਮੰਤਰੀ ਕਹਿੰਦਾ, ਮੈਂ ਜਿਹੜੇ ਮੇਰੇ ਕੋਲੇ
ਕੋਈ ਵੀ ਮਾਈਨਿੰਗ ਕਰਦੇ ਵਾਲੇ ਮਾਫੀਆ ਮੇਰੇ ਕੋਲੇ ਨੇ ਆਉਣ ਤੇ ਕੈਬਨਿਟ 'ਚ ਸਾਰਿਆਂ ਨੂੰ ਸਹੁੰ ਚੁਕਾਈ ਬੈਠੇ ਆ। ਜਿਹੜੇ ਰੇਪ ਕੇਸ ਵਾਲੇ ਅੰਦਰ ਕੈਬਨਿਟ ਮੰਤਰੀ ਬਣੇ ਫਿਰਦੇ ਆ। ਇੱਕ ਫਰੀਦਕੋਟ ਦੀ ਇੱਕ ਪਰਿਵਾਰ ਨੇ ਸੁਸਾਈਡ ਕਰ ਦਿੱਤਾ ਤੇ ਜਿਹਦੇ ਨਾਂ ਲਿੱਤਾ ਗਿਆ ਉਹਨੂੰ ਮੰਤਰੀ ਬਣਾਇਆ ਜਾ ਰਿਹਾ। ਇਹ ਸਰਕਾਰ ਜਿਹਦਾ ਜਿੱਥੇ ਦਾ ਲੱਗ ਰਿਹਾ ਗਰੁੱਪਾਂ 'ਚ ਵੰਡ ਗਈ ਹੈ। ਹੁਣ ਧੜੇ ਦਾ ਮੰਤਰੀ ਬਣੇ ਜਾ ਰਹੇ ਹੈ। ਕੋਈ ਮੈਰਿਟ ਤੇ ਨਹੀਂ, ਕੋਈ ਪੰਜਾਬ ਦੀ ਬਾਹ ਫੜਨ ਵਾਸਤੇ ਨਹੀਂ, ਪੰਜਾਬ ਦੀ ਤਰੱਕੀ ਵਾਸਤੇ ਨਹੀਂ, ਕੱਲੇ 3 ਮਹੀਨੇ ਟਪਾਉਣ ਵਾਸਤੇ ਹੈ। 3 ਮਹੀਨੇ ਟਪਾਉਣ ਦੇ ਤੇ ਲੁੱਟਣ ਵਾਸਤੇ। ਆ ਜਿਹੜਾ ਦਰਦ ਹੈ ਕਿਸਾਨ ਪ੍ਰਤੀ ਦਰਦ ਹੈ, ਜਿਹੜਾ ਗਰੀਬ ਪ੍ਰਤੀ ਦਰਦ ਹੈ, ਇਹਨਾਂ ਦਾ ਨਹੀਂ ਹੈ। ਪਿਛਲੇ 5 ਸਾਲ ਹੋ ਗਏ स्कॉलरशिप गरीब SC परिवार की स्कॉलरशिप खा गए, कोई परवाह नहीं। मैं हुण मुख्य मंत्री पूछना है, जिन्होंने खाधी उन्होंने अंदर क्यों नहीं करते? क्यों नहीं ऐलान कर कि मैं सारी स्कॉलरशिप वापस दूंगा? क्यों नहीं कर रहे? इस करके अज आपां संघर्ष करने वास्ते आए। मैं इन्हां नूं किसान संघर्ष कमेटी जिहड़ी बैठी है, मैं इन्हां नूं वादा कीता है ते मैं जवान दा पक्का है। मैं तुहानूं विश्वास दिवाउणा है, तुहानूं सरकार बदल जाण दिओ, सरकार श्रोमणी अकाली दल दी आउण दिओ। असीं तुहाडा दर्द दिलों जानदे हां। इतिहास गवाह है कि जदों जदों बादल साहब ने सरकार ने एक्वायर कीती है, जिथे भी कीती है एयरपोर्ट नाल है। आ जिहड़ा नाल एयरपोर्ट मोहाली एयरपोर्ट मैनूं याद है, उदों 40-45 लाख जमीन का रेट सी। मतलब पौने 2 करोड़ रुपये उदों दित्ते सी। मन लगता किन्ने साल हो गए। तो इस करके मैं तुहानूं विश्वास दिवाउणा है, 6 महीने बाद परमात्मा मेहर करे, पंजाब की जनता सिर ते हथ रखे, परमात्मा की बख्शिश नाल सरकार बनती बन जाए, श्रोमणी अकाली दल बन जाए। तुहानूं वादा करते हैं, थोड़े जो मन के सुपने हैं, जिस रेट से लैंड एक्वायर होना चाहिए उदों वध ही देवांगे। मैं तुहानूं कहना, मैं ज्यादा मैं धन्यवाद करना चाहना सारिਆਂ ਦਾ। ਤੁਸੀਂ ਸਾਰੇ इकट्ठे हो गए, खास करके मोहाली यूनिट साडा अकाली दल दा, जिन्हां साडा इंतजाम कीता। ते मैं हुण मैनूं हुणी SP साहब SSP ने कहा कि तुहानूं गिरफ्तार किया जांदा है। इस करके जिन्हां नूं गिरफ्तार करनगे वो जिहड़े है तो जिन्हां नूं गिरफ्तार करने ठीक है। बाकी आपां अमन शांति रखनी है, क्योंकि असीं नहीं दिखाना चाहते कि श्रोमणी अकाली दल वायलेंस ते उतरदा। असीं अमन शांति वाली पार्टी है, असीं हक लड़ते रवांगे ते शांतमय गिरफ्तारी देवांगे। वाहिगुरू जी का खालसा, वाहिगुरू जी की फतेह। मैं धन्यवाद करता हाँ सारी इत्थे श्रोमणी अकाली दल की ते बहुजन समाज पार्टी के भी बहुत सारे वीर शामिल होए हैं। सारे प्रबंधकों का, सारे सहयोगियों का, जिन्हों ने लंगर नहीं छकिया गुरुद्वारा साहब से लंगर छक के जाओ। प्रेस वाले इतने आ जाओ। सारे ने जी सीनियर लीडरशिप है वो गिरफ्तारी देगी। बाकियों को बेनती है कि बाकी आराम के नाल जिहड़ा वो जा सकता है। बाकियों का धन्यवाद जी। वाहिगुरू जी का खालसा, वाहिगुरू जी की फतेह। अब आगे माइक ले लो, माइक ले लो, माइक आ जाए यार। ਮੇਰੇ ਕੋਲ ਨਾ ਕੈਬਨਿਟ ਦਾ ਹਿੱਸਾ ਬਣਾਇਆ ਜਾਂਦਾ। ਉਸ ਤੋਂ ਬਾਅਦ ਜਦੋਂ ਨਵਜੋਤ ਸਿੰਘ ਸਿੱਧੂ ਕੈਬਨਿਟ ਬਣਾਉਂਦੇ ਨੇ, ਉਸ ਤੋਂ ਬਾਅਦ ਚੱਲ ਨਹੀਂ ਗਿਆ ਪੰਜਾਬ ਦੀ ਸਿਆਸਤ। ਪੰਜਾਬ ਦੀ ਸਿਆਸਤ ਵਿੱਚ ਲੁੱਟਣ ਦੀ ਸਿਆਸਤ ਬਣ ਗਈ ਹੈ। ਧੜਿਆਂ 'ਚ ਪੰਜਾਬ ਬਣ ਦਿੱਤਾ ਹੈ। ਸਾਰੇ ਇੱਕੋ ਚਾਹੁੰਦੇ ਕਿ ਸਾਨੂੰ ਮੰਤਰੀ ਬਣਾਓ ਤੇ ਮਹੀਨੇ 'ਚ ਅਸੀਂ ਆਪਣਾ ਹੱਥ ਢਿੱਲਾ ਕਰੀਏ। ਸੋ ਅੱਜ ਜਿਹੜੀ ਪੰਜਾਬ ਦੀ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ।
मैं अफसर साहबानों ने बेनती करांगा कोई गलत फैसला ना लियो, क्योंकि आज की सरकार का इंटरेस्ट पंजाब नहीं इकल्ला पैसा इकट्ठा करना। हुण आह सारे इकट्ठे होकर लगे है कि हुण मैनूं किसी ने दस्सिया सी कि आ सरकार दे कितने हीटर लगे, दसो किनू किनू लुधियाने कईयां नूं टेलीफोन आ गए, सीएलयू दसो किने चाहिए, परमिशनां सैंक्शन किहड़ी चाहिए, लाइसेंस किनू चाहिए, जेडी साडे कोल आओ। मोबाइल थले कर यार लाइव तस्वीरां ਦੇ ਵਿੱਚ ਤੁਸੀਂ ਦੇਖ ਰਹੇ ਹੋ ਇਸ ਵੇਲੇ इस्तीफा पार्टी प्रधान को इस्तीफा उन्होंने दिता है, दवाया गया। ਲੋ ਫੜਾਓ ਜੀ ਮਾਈਕ। ਰਮਨ ਭਾਈ ਰਨ ਨਹੀਂ ਜਲਦੀ ਆ ਰਮਨ ਭਾਈ ਚੱਲ ਤੁਸੀਂ ਇੱਧਰ ਨੂੰ ਸ਼੍ਰੋਮਣੀ ਅਕਾਲੀ ਦਲ ਕਿੱਥੇ ਆ ਉਹ? जिंदाबाद